ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। गुरु प्यारी गुरु सवारी साध संगत आप सब जुड़ चुके हो इस ऑनलाइन गुरमत क्लास विच। सतगुरां दी मेहरमत सदका आपां इस सवेर वाली क्लास विच जो भाई गुरदास जी की 10वीं वार है, जिस विच भाई गुरदास जी ने भगतां दा जिक्र किया है, उन्हां दी कहानी उन्हां दी गाथा बयान की है। ਉਹਦੇ ਬਾਰੇ ਪਰਸੋਂ ਤੋਂ ਆਪਾਂ ਵਿਚਾਰ ਚਰਚਾ ਆਰੰਭ ਕੀਤੀ ਸੀ। ਭਾਈ ਸ਼ਿਵਤਾਰ ਸਿੰਘ ਜੀ ਪਾਸੋਂ ਆਪ ਜੀ ਨੇ ਭਗਤ ਧਰੂ ਅਤੇ ਭਗਤ ਪ੍ਰਹਿਲਾਦ ਜੀ ਦਾ ਜੋ ਜੀਵਨ ਹੈ ਉਹ ਸਰਵਣ ਕੀਤਾ, ਉਹਨਾਂ ਦੀ ਗਾਥਾ ਸਰਵਣ ਕੀਤੀ ਹੈ। ਅੱਜ ਸਾਧ ਸੰਗਤ ਜਿਸ ਭਗਤ ਦੇ ਬਾਰੇ ਆਪਾਂ ਗੱਲ ਕਰਨੀ ਹੈ ਉਹ ਹਨ ਬਲ ਰਾਜਾ। ਰਾਜਾ ਬਲ ਹੋਇਆ ਹੈ, ਉਹਨਾਂ ਦੇ ਬਾਰੇ ਆਪਾਂ ਇਸ ਕਲਾਸ ਦੇ ਵਿੱਚ ਗੱਲ ਕਰਨੀ ਹੈ ਕਿ ਭਾਈ ਗੁਰਦਾਸ ਜੀ ਨੇ ਉਹਨਾਂ ਦੇ ਬਾਰੇ ਲਿਖਿਆ ਤੇ ਗੁਰਬਾਣੀ ਵਿੱਚ ਕਿਵੇਂ ਇਹਨਾਂ ਦੇ ਬਾਰੇ ਸਤਿਗੁਰਾਂ ਨੇ ਲਿਖਿਆ ਹੈ, ਉਹਦੇ ਬਾਰੇ ਆਪਾਂ ਸਮੁੱਚੀ ਵਿਚਾਰ ਅੱਜ ਦੀ ਇਸ ਕਲਾਸ ਵਿੱਚ ਕਰਨੀ ਹੈ। ਸੋ ਆਪ ਜਿੰਨੇ ਵੀ ਜੁੜ ਚੁੱਕੇ ਹੋ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਜੁੜ ਕੇ ਇਹਨਾਂ ਕਲਾਸਾਂ ਦੇ ਨਾਲ ਆਪ ਜੀ ਲਾਹਾ ਲੈ ਰਹੇ ਹੋ, ਗੁਰਮਤਿ ਦੀ ਸੋਝੀ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਰਾਜਾ ਬਲ ਦੀ ਆਪਾਂ ਜੇ ਗੱਲ ਆਰੰਭ ਕਰੀਏ ਤੇ ਸਾਧ ਸੰਗਤ ਸਭ ਤੋਂ ਪਹਿਲਾਂ ਆਪਾਂ ਉਹ ਪੌੜੀ ਜੋ ਜਿਸ ਦੀ ਆਪਾਂ ਵਿਚਾਰ ਕਰਨੀ ਉਹਦਾ ਇੱਕ ਵਾਰੀ ਮੂਲ ਪਾਠ ਕਰ ਲਈਏ, ਫਿਰ ਉਸ ਤੋਂ ਬਾਅਦ ਆਪਾਂ ਕੀ ਇਹਨਾਂ ਦੀ ਗਾਥਾ ਹੈ ਉਹ ਵਿਚਾਰਨੀ ਹੈ। ਸਭ ਤੋਂ ਪਹਿਲਾਂ ਮੈਂ ਉਹ ਆਪ ਜੀ ਦੇ ਨਾਲ ਸਾਂਝੀ ਕਰ ਦੇਵਾਂ। ਸਕਰੀਨ ਦੇ ਉੱਪਰ ਹੈ ਆਪ ਜੀ ਦੀ ਇਹ ਪੌੜੀ, ਤੀਸਰੀ ਪੌੜੀ ਹੈ ਇਸ 10ਵੀਂ ਵਾਰ ਦੀ। ਤੇ ਭਾਈ ਗੁਰਦਾਸ ਜੀ ਕਹਿੰਦੇ ਆ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੈ, ਬਾਵਣ ਰੂਪੀ ਆਇਆ ਚਾਰ ਵੇਦ ਮੁਖ ਪਾਠ ਸੁਣਾਵੈ, ਰਾਜੇ ਅੰਦਰ ਸੱਦਿਆ ਮੰਗ ਸੁਆਮੀ ਜੋ ਤੁਧ ਭਾਵੈ, ਅਛਲ ਛਲਣ ਤੇ ਆਇਆ ਸੁਕਰ ਪੁਰੋਹਿਤ ਹਰ ਕਹਿ ਸਮਝਾਵੈ, ਕਰੋ ਅਢਾਈ ਧਰਤ ਮੰਗ ਪਿਛੋਂ ਦੇ ਤਰਲੋ ਨਾ ਮਾਵੈ, ਦੋਏ ਕਰਵਾਂ ਕਰ ਤਿੰਨ ਲੋ ਬਲ ਰਾਜਾ ਲੈ ਮਗਰ ਮਿਨਾਵੈ, ਬਲ ਛਲ ਆਪ ਛਲਾਇਨ ਹੋਏ ਦਇਆਲ ਮਿਲੈ ਗਲ ਲਾਵੈ, ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੈ, ਹੋਏ ਦਰਵਾਨ ਮਹਾ ਸੁਖ ਪਾਵੈ। ਸੋ ਇਹ ਪੂਰੀ ਪੌੜੀ ਹੈ, ਤੀਸਰੀ ਪੌੜੀ ਹੈ ਜੋ ਭਾਈ ਗੁਰਦਾਸ ਜੀ ਨੇ ਰਚੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਗਾਥਾ ਜਿਹੜੀ ਆ ਉਹ ਵਿਚਾਰ ਕੇ ਫਿਰ ਉਸ ਤੋਂ ਬਾਅਦ ਪੌੜੀ ਦੇ ਬਾਰੇ ਵਿਚਾਰ ਕਰਦੇ ਹਾਂ ਤੇ ਫਿਰ ਕੀ ਸਿੱਖਿਆ ਸਾਨੂੰ ਬਲ ਰਾਜਾ ਜੀ ਦੇ ਜੀਵਨ ਤੋਂ ਮਿਲਦੀ ਹੈ ਵੀ ਆਪਾਂ ਵਿਚਾਰਨਾ ਹੈ ਅੱਜ। ਸਾਧ ਸੰਗਤ ਤੇ ਬਲ ਰਾਜਾ ਜਿਹੜਾ ਹੈ ਇਹਦੇ ਬਾਰੇ ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਲਿਖੀ ਹੈ ਕਿ ਇਹ ਪੋਤਰਾ ਹੋਇਆ ਭਗਤ ਪ੍ਰਹਿਲਾਦ ਜੀ ਦਾ, ਜਿਨ੍ਹਾਂ ਦੀ ਆਪਾਂ ਕੱਲ ਵਿਚਾਰ ਕੀਤੀ ਹੈ ਨਾ। ਜਿਹੜੇ ਭਗਤ ਹੋਏ ਆ ਭਗਤ ਪ੍ਰਹਿਲਾਦ ਜੀ, ਜਿਨ੍ਹਾਂ ਦੇ ਬਾਰੇ ਗੁਰਬਾਣੀ ਨੇ ਆਖਿਆ ਹੈ ਕਿ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ। ਉਸ ਪ੍ਰਹਿਲਾਦ ਦੇ ਇਹ ਪੋਤਰੇ ਹੋਏ ਆ ਹਰਨਾਕਸ਼ ਕੁੱਲ ਦੇ ਵਿੱਚੋਂ, ਉਹਨਾਂ ਦੀ ਕੁੱਲ ਵਿੱਚੋਂ ਹੋਣ ਕਰਕੇ ਇਹ ਦੈਤਾਂ ਦੇ ਜਿਹੜੇ ਸੀ ਉਹ ਕੁੱਲ ਮੰਨੀ ਗਈ ਸੀ ਇਹਨਾਂ ਦੀ, ਦੈਤਾਂ ਦੀ ਕੁੱਲ। ਮੁਲਤਾਨ ਦਾ ਰਾਜ ਸੀ ਇਹਨਾਂ ਦੇ ਕੋਲ। ਬਲ ਰਾਜਾ ਆਪਣੇ ਦਾਦੇ ਪ੍ਰਹਿਲਾਦ ਦੇ ਗਾਂ ਸਿੰਘਾਸਣ ਤੇ ਬੈਠਾ ਹੈ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਬਲ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇੱਛ ਕਰਨ ਦਾ, ਕਰ ਸੰਪੂਰਨ ਜਗ ਕੋ ਇੱਕ ਪੋਤਰ ਜਗ ਕਰਨ ਦਾ। ਕਹਿੰਦੇ ਕਿ ਜਿਹੜਾ ਇਹ ਪੋਤਰਾ ਹੈ ਪ੍ਰਹਿਲਾਦ ਦਾ, ਇਹਦੇ ਮਨ ਵਿੱਚ ਇੱਛਾ ਜਾਗੀ ਇੱਕ ਜਗ ਕਰਨ ਦੀ। ਉਹ ਕੀ ਹੈ ਵਿਸਥਾਰ ਦੇ ਨਾਲ ਆਪਾਂ ਵਿਚਾਰਾਂਗੇ। ਸਾਧ ਸੰਗਤ ਇਹ ਜਿਹੜਾ ਰਾਜਾ ਬਲ ਹੋਇਆ ਨਾ, ਇਹਨੇ ਜਗ ਕਰਵਾਇਆ ਇੱਕ। ਇਹਦੇ ਮਨ ਵਿੱਚ ਇੱਛਾ ਸੀ ਕਿ ਧਰਤੀ ਦਾ ਰਾਜ ਤੇ ਮੇਰੇ ਦਾਦੇ ਨੇ ਵੀ ਬੜਾ ਕੀਤਾ। ਮੇਰਾ ਦਾਦਾ ਬੜਾ ਵੱਡਾ ਭਗਤ ਹੋਇਆ ਸੀ ਪ੍ਰਹਿਲਾਦ, ਉਹਨੇ ਧਰਤੀ ਦਾ ਸਾਰਾ ਜਿਹੜਾ ਜਗ, ਸਾਰੀ ਧਰਤੀ ਦਾ ਰਾਜ ਕੀਤਾ, ਬੜੀ ਇਹਦੀ ਸਲਾਹੁਣਾ ਹੋਈ ਹੈ। ਤੇ ਮੈਂ ਧਰਤੀ ਦਾ ਰਾਜ ਨਹੀਂ ਕਰਨਾ, ਮੈਨੂੰ ਕਿਤੇ ਸਵਰਗਾਂ ਦਾ ਰਾਜ ਮਿਲ ਜਾਵੇ ਨਾ, ਇੰਦਰਪੁਰੀ ਦਾ ਰਾਜ ਮਿਲ ਜਾਵੇ ਤੇ ਮੈਂ ਬੜਾ ਆਨੰਦ ਮਾਣਾ। ਇੰਦਰਪੁਰੀ ਦੇ ਰਾਜ ਵਾਲੇ ਨੇ ਧਿਆਨ ਕੀਤਾ ਆਪਣਾ। ਤੇ ਇਹਦਾ ਸਾਧ ਸੰਗਤ ਜਿਹੜਾ ਪੁਰੋਹਿਤ ਸੀ ਨਾ, ਇਹਦਾ ਗੁਰੂ ਜਿਹੜਾ ਸੀ ਸ਼ੁਕਰਾਚਾਰੀਆ ਸੀ, ਇਹਦਾ ਗੁਰੂ ਬਲ ਰਾਜੇ ਦਾ।
ਇਹ ਬਲ ਰਾਜੇ ਦਾ ਸ਼ੁਕਰਾਚਾਰੀਆ ਗੁਰੂ ਇਹਨੂੰ ਕਹਿੰਦਾ, ਬਲ ਰਾਜੇ ਨੂੰ ਕਹਿੰਦਾ ਕਿ ਰਾਜਨ ਕੀ ਗੱਲ ਆ, ਬੜਾ ਤੂੰ ਦੁਖੀ ਦੁਖੀ ਰਹਿਣਾ, ਤੇਰਾ ਮਨ ਕੀ ਗੱਲ ਆਨੰਦ ਚ ਕਿਉਂ ਨਹੀਂ ਆਉਂਦਾ, ਇੰਨਾ ਵੱਡਾ ਤੇਰਾ ਰਾਜ ਭਾਗ ਹੈ। ਤੇ ਇਹ ਆਪਣੇ ਪੁਰੋਹਿਤ ਨੂੰ ਕਹਿੰਦਾ, ਗੁਰੂ ਆਪਣੇ ਨੂੰ ਕਹਿੰਦਾ, ਜੀ ਗੱਲ ਇੰਜ ਆ ਕਿ ਮੈਂ ਧਰਤੀ ਦਾ ਰਾਜ ਕਰ ਕਰਕੇ ਥੱਕ ਗਿਆ, ਇੱਥੇ ਬੈਠ ਬੈਠ ਕੇ ਥੱਕ ਗਿਆ, ਮੈਂ ਹੁਣ ਸਵਰਗਾਂ ਦਾ ਰਾਜ ਚਾਹੁੰਦਾ, ਜਿੱਥੇ ਇੰਦਰ ਬੈਠਾ ਨਾ, ਮੈਂ ਉਹ ਰਾਜ ਚਾਹੁੰਦਾ। ਜੇ ਕਿਤੇ ਉਹ ਰਾਜ ਦੀ ਮੈਨੂੰ ਪ੍ਰਾਪਤੀ ਹੋ ਜੇ ਨਾ, ਤੇ ਮੇਰਾ ਮਨ ਬੜਾ ਸੰਤੁਸ਼ਟ ਹੋਵੇ, ਮੈਂ ਬੜਾ ਖੁਸ਼ ਹੋਵਾਂ ਜੇ ਮੈਨੂੰ ਉਹ ਰਾਜ ਮਿਲ ਜੇ। ਤੇ ਇਹਦਾ ਗੁਰੂ ਕਹਿੰਦਾ, ਸ਼ੁਕਰਾਚਾਰੀਆ ਕਹਿੰਦਾ, ਰਾਜਨੋ ਤੇ ਕੰਮ ਬਹੁਤ ਔਖਾ ਹੈ, ਮਿਲ ਜਾਵੇਗਾ ਪਰ ਰਾਜ, ਕੰਮ ਔਖਾ ਬਹੁਤ ਹੈ। ਬਲ ਰਾਜਾ ਕਹਿੰਦਾ ਚਲੋ ਠੀਕ ਹੈ, ਮੈਨੂੰ ਦੱਸੋ ਤੇ ਸਹੀ ਕੀ ਕੰਮ ਆ, ਕੀ ਕਰਨਾ ਪਏਗਾ ਜੇ ਮੈਂ ਸਵਰਗਾਂ ਦਾ ਰਾਜ, ਇੰਦਰਪੁਰੀ ਦਾ ਰਾਜ ਪ੍ਰਾਪਤ ਕਰਨਾ ਹੋਵੇ ਤੇ ਮੈਨੂੰ ਕੀ ਕਰਨਾ ਪਏਗਾ। ਤੇ ਇਹਦੇ ਜਿਹੜਾ ਪੁਰੋਹਿਤ ਸੀ, ਇਹਦਾ ਗੁਰੂ ਸੀ ਸ਼ੁਕਰਾਚਾਰੀਆ, ਉਹ ਕਹਿੰਦਾ ਤੈਨੂੰ ਅਸੁਮੇਧ ਯੱਗ ਕਰਨੇ ਪੈਣਗੇ, ਅਸੁਮੇਧ ਯੱਗ। ਤੇ ਉਹ ਵੀ ਇੱਕ ਨਹੀਂ ਕਰਨੇ ਪੈਣੇ, ਉਹ ਵੀ ਤੈਨੂੰ ਪੂਰੇ 101 ਯੱਗ ਕਰਨੇ ਪੈਣੇ, ਅਸੁਮੇਧ। ਸਾਧ ਸੰਗਤ, ਅਸੁਮੇਧ ਯੱਗ ਹੁੰਦਾ ਹੈ ਜਿਹਦੇ ਵਿੱਚ ਲਗਾਤਾਰ ਅਗਨੀ ਜਲਦੀ ਰਹਿੰਦੀ ਹੈ, ਜਿਹਦੇ ਵਿੱਚ ਲਗਾਤਾਰ ਘਿਓ ਪਾਇਆ ਜਾਂਦਾ, ਤੇ ਲਗਾਤਾਰ 1 ਸਾਲ ਤੱਕ ਜੱਗ ਚੱਲਦਾ। ਤੇ ਇਹ ਇਹਨੂੰ ਰਾਜਾ ਕਹਿੰਦਾ ਹੈ, ਵਾਹਿਗੁਰੂ ਇਹਦਾ ਗੁਰੂ ਕਹਿੰਦਾ ਕਿ ਅਸੁਮੇਧ ਜੱਗ ਇੱਕ ਕਰਨਾ ਹੋਵੇ ਤੇ ਉਹਦੇ ਨਾਲ ਜਿਹੜਾ ਬੰਦੇ ਦੀ ਬੱਸ ਹੋ ਜਾਂਦੀ ਹੈ, ਕਿਉਂਕਿ ਕਰਨਾ ਸੌਖਾ ਨਹੀਂ ਸੀ ਅਸੁਮੇਧ ਜੱਗ। ਕਹਿੰਦਾ ਅਸੁਮੇਧ ਜੱਗ ਕਰਨਾ ਔਖਾ ਬੜਾ ਹੈ ਰਾਜਨ, ਪਰ ਜੇ 101 ਅਸੁਮੇਧ ਜੱਗ ਹੋ ਗਏ ਤੇ ਫਿਰ ਸਮਝ ਲਈ ਕਿ ਤੈਨੂੰ ਕੋਈ ਵੀ ਰੋਕ ਨਹੀਂ ਸਕਦਾ ਇੰਦਰਪੁਰੀ ਦਾ ਰਾਜ ਲੈਣ ਤੋਂ। ਮਲ ਰਾਜਾ ਕਹਿੰਦਾ ਏਡੀ ਕਿਹੜੀ ਗੱਲ ਆ, ਮੈਂ ਤੇ ਬੜਾ ਵੱਡਾ ਰਾਜਾ ਆ, ਕੋਈ ਗੱਲ ਨਹੀਂ, ਮੈਂ ਅਸੁਮੇਧ ਜੱਗ ਕਰਾਂਗਾ। ਇਹਨੇ ਕੀ ਕੀਤਾ, ਬਲ ਰਾਜੇ ਨੇ ਜੱਗ ਸ਼ੁਰੂ ਕਰਵਾ ਰਿਹਾ, ਆਪਣੇ ਗੁਰੂ ਦੇ ਕੋਲੋਂ ਅਰਦਾਸ ਕਰਵਾ ਕੇ ਕੰਮ ਸ਼ੁਰੂ ਕਰ ਦਿੱਤਾ। ਤੇ ਇਹਨੇ ਲਗਾਤਾਰ 100 ਜੱਗ ਕੀਤੇ ਆ, 100 ਜੱਗ ਸੰਪੂਰਨ ਹੋ ਗਏ ਇਹਦੇ ਲਗਾਤਾਰ। 100 ਜੱਗ ਜਦੋਂ ਪੂਰੇ ਹੋਏ ਆ ਤੇ ਉਸ ਸਮੇਂ ਫਿਰ ਕੀ ਹੋਇਆ ਕਿ ਹੁਣ ਰਾਜਾ ਇੰਦਰ ਜਿਹੜਾ ਬੈਠਾ ਸਿੰਘਾਸਨ ਉੱਤੇ, ਉਹਨੂੰ ਵੀ ਪਦਵੀ ਖੁੱਸਣ ਦਾ ਡਰ ਪੈਦਾ ਹੋ ਗਿਆ ਵੀ ਹੁਣ 100 ਜੱਗ ਇਹਨੇ ਕਰ ਲਿਆ ਤੇ 101ਵਾਂ ਜੱਗ ਇਹਨੇ ਕਰ ਲਿਆ ਤੇ ਮੇਰਾ ਰਾਜ ਖੋਇਆ ਜਾਣਾ। ਇਹਨੂੰ ਬੜਾ ਇਹਦੇ ਮਨ ਵਿੱਚ ਗੱਲ ਆਈ ਕਿ ਇਹ ਤੇ ਬੜੀ ਮਾੜੀ ਗੱਲ ਹੋਈ ਆ, ਉਹਨੇ ਹੁਣ 101 ਜੱਗ ਕਰ ਲੈਣੇ, ਇੰਦਰ ਬੜਾ ਕਲਪਿਆ ਤੇ ਹੁਣ ਮੇਰਾ ਰਾਜ ਮੇਰੇ ਤੋਂ ਚਲਾ ਜਾਣਾ। ਇਹ ਭੱਜਾ ਫਿਰਦਾ ਇੰਦਰ, ਕਿਤੇ ਬ੍ਰਹਮਪੁਰੀ ਜਾਂਦਾ ਬ੍ਰਹਮਾ ਦੇ ਕੋਲ, ਉੱਥੇ ਨਮਸਕਾਰ ਕਰਦਾ ਹੈ, ਕਹਿੰਦਾ ਜੀ ਮੇਰਾ ਰਾਜ ਬਚਾਓ, ਮੇਰਾ ਤੇ ਰਾਜ ਚੱਲਿਆ। ਬ੍ਰਹਮਾ ਕਹਿੰਦਾ ਮੈਂ ਨਹੀਂ ਕੁਛ ਕਰ ਸਕਦਾ। ਸ਼ਿਵ ਕੋਲ ਜਾਂਦਾ, ਸ਼ਿਵ ਕਹਿੰਦਾ ਮੈਂ ਵੀ ਕੁਛ ਨਹੀਂ ਕਰ ਸਕਦਾ। ਹੋਰ ਜਿੰਨੀਆਂ ਦੇਵੀ ਦੇਵਤੇ ਸਨ ਸਾਰਿਆਂ ਦੇ ਕੋਲ ਜਾ ਕੇ ਇਹ ਬੇਨਤੀ ਕਰਦਾ ਇੰਦਰ, ਕਹਿੰਦਾ ਜੀ ਮੇਰਾ ਰਾਜ ਖੁੱਸ ਚੱਲਿਆ, ਮੈਨੂੰ ਬਚਾਓ। ਤੇ ਸਾਰੇ ਕਹਿੰਦੇ ਭਾਈ ਤੇਰੀ ਮਦਦ ਹੁਣ ਕੋਈ ਨਹੀਂ ਕਰ ਸਕਦਾ, ਇੱਕੋ ਹੀ ਮਦਦ ਕਰ ਸਕਦਾ, ਕਿਉਂਕਿ ਸਤਯੁਗ ਦਾ ਸਮਾਂ ਹੈ ਤੇ ਸਤਯੁਗ ਦਾ ਅਵਤਾਰ ਜਿਹੜਾ ਉਹ ਵਿਸ਼ਨੂੰ ਹੈ। ਸਾਧ ਸੰਗਤ 4 ਯੁੱਗ ਹੋਏ ਆ ਤੇ 4 ਯੁੱਗਾਂ ਦੇ ਅਵਤਾਰ ਮੰਨੇ ਗਏ। ਤੇ ਇਹ ਜਿਹੜੇ ਭਗਤ ਸੀ ਬਲ ਰਾਜਾ ਜੀ, ਇਹ ਸਤਯੁਗ ਦੇ ਭਗਤ ਸਨ। ਤੇ ਇਹਨੇ ਕਿਹਾ ਵੀ ਹੁਣ ਸਾਰਿਆਂ ਨੇ ਕਿਹਾ ਸਤਯੁਗ ਦੇ ਵਿੱਚ ਜਿਹੜਾ ਪ੍ਰਤਾਪ ਹੈ, ਸਤਯੁਗ ਦਾ ਅਵਤਾਰ ਜਿਹੜਾ ਹੈ ਉਹ ਵਿਸ਼ਨੂੰ ਹੈ। ਤੇ ਤੂੰ ਇੰਦਰ ਨੂੰ ਕਿਹਾ ਵੀ ਤੂੰ ਇੰਦਰ ਜਾ ਕੇ ਨਾ ਵਿਸ਼ਨੂੰ ਦੇ ਚਰਨ ਫੜ ਲਾ ਤੇ ਤੇਰਾ ਕੁਝ ਭਲਾ ਹੋ ਸਕਦਾ, ਤੇਰੇ ਕਲਿਆਣ ਹੋ ਸਕਦੀ ਆ, ਤੇਰਾ ਇਹ ਕੰਮ ਬਣ ਸਕਦਾ ਹੈ। ਉਂਝ ਕੋਈ ਵੀ ਤੇਰੀ ਇੱਛਾ ਪੂਰੀ ਨਹੀਂ ਕਰ ਸਕਦਾ, ਕਿਉਂਕਿ ਬਲ ਰਾਜੇ ਨੇ 100 ਜੱਗ ਕਰ ਲਏ ਆ, ਹੁਣ 1 ਜੱਗ ਰਹਿ ਗਿਆ। 1 ਜੱਗ ਜਿੱਦਣ ਉਹਦਾ ਕੰਪਲੀਟ ਹੋ ਗਿਆ, ਪੂਰਾ ਹੋ ਗਿਆ, ਉਹਨੇ ਰਾਜ ਲੈ ਹੀ ਲੈਣਾ। ਇਹ ਫਿਰ ਜਿਹੜਾ ਇੰਦਰ ਸੀ ਇਹ ਰੋਂਦਾ ਹੋਇਆ ਵਿਸ਼ਨੂੰ ਦੇ ਕੋਲ ਗਿਆ, ਜਾ ਕੇ ਨਮਸਕਾਰ ਕੀਤੀ ਆ, ਕਹਿੰਦਾ ਜੀ ਮੇਰਾ ਤੇ ਰਾਜ ਖੁੱਸ ਚੱਲਿਆ, ਕਿਰਪਾ ਕਰੋ ਮੇਰਾ ਰਾਜ ਬਚਾਓ, ਮੈਂ ਤੇ ਬੜਾ ਜਿਹੜਾ ਆ ਉਹ ਦੁਖੀ ਆ, ਮੇਰਾ ਰਾਜ ਚਲਾ ਜਾਣਾ। ਕਿਉਂਕਿ ਇੰਦਰ ਪਦਵੀ ਵੀ ਜਿਹੜੇ ਬੈਠੇ ਹੁੰਦੇ ਆ ਇੰਦਰ ਸਿੰਘਾਸਣ ਦੇ ਉੱਤੇ, ਉਹਨਾਂ ਨੂੰ ਵੀ ਆਪਣੀਆਂ ਪਦਵੀਆਂ ਦੀ ਲੋੜ ਹੁੰਦੀ ਆ, ਦੇਵਤੇ ਜਿਹੜੇ ਆ। ਇਹ ਕਹਿੰਦਾ ਕਿ ਮੇਰਾ ਤੇ ਮਹਾਰਾਜ ਰਾਜ ਖੁੱਸ ਜਾਣਾ, ਕਿਰਪਾ ਕਰਕੇ ਮੇਰਾ ਰਾਜ ਬਚਾਓ। ਹੁਣ ਸਤਯੁਗ ਦੇ ਅਵਤਾਰ ਨੇ ਵਿਸ਼ਨੂੰ, ਉਹਨਾਂ ਨੇ ਕਿਹਾ ਚੱਲ ਠੀਕ ਹੈ ਭਾਈ, ਮੈਂ ਤੇਰੇ ਕੋਈ ਕੋਸ਼ਿਸ਼ ਕਰਦਾ, ਕੋਈ ਢੰਗ ਲੱਭਦਾ। ਇਹਨੇ ਕੀ ਕੀਤਾ, ਵਿਸ਼ਨੂੰ ਭਗਵਾਨ ਨੇ ਕੀ ਕੀਤਾ, ਇਹਨੇ ਫਿਰ ਛੋਟਾ ਜਿਹਾ ਬੌਣੇ ਦਾ ਰੂਪ ਬਣਾਇਆ ਬਲ ਰਾਜੇ ਨੂੰ ਛੱਲਣ ਵਾਸਤੇ। ਬ੍ਰਾਹਮਣ ਦਾ ਰੂਪ ਬਣਾਇਆ, ਛੋਟੇ ਜਿਹੇ ਬ੍ਰਾਹਮਣ ਦਾ। ਵਿਸ਼ਨੂੰ ਸੀ ਤੇ ਵੇਦ ਨੂੰ 4 ਹੀ ਕੰਠ ਸਨ ਮੂੰਹ ਜ਼ਬਾਨੀ, 4 ਵੇਦ ਕੰਠ ਸਨ। ਤੇ ਇਹਨੇ ਛੋਟਾ ਜਿਹਾ 52 ਉਂਗਲਾਂ ਦਾ ਸਰੀਰ ਬਣਾਇਆ ਆਪਣਾ, ਬੌਣਾ ਰੂਪ, 52 ਉਂਗਲਾਂ 52 ਰੂਪ, 52 ਉਂਗਲਾਂ ਦਾ ਸਰੀਰ ਬਣਾ ਕੇ ਛੋਟਾ ਜਿਹਾ। ਤੇ ਇਹ ਜਾ ਕੇ ਤੇ ਰਾਜਾ ਜਿੱਥੇ ਜੱਗ ਹੋ ਰਿਹਾ ਸੀ ਨਾ, ਜਿੱਥੇ ਬਲ ਰਾਜਾ ਜੱਗ ਕਰਦਾ ਸੀ, ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਇਹਨੇ
ਜਾ ਕੇ ਬਾਹਰ ਜਿੱਥੇ ਜੱਗ ਹੋ ਰਿਹਾ ਹੋਣ ਡਿਆ ਸੀ ਉਹਦੇ ਬਾਹਰ ਬਹਿ ਗਿਆ ਇਹ ਜਾ ਕੇ ਬੌਣੇ ਰੂਪ ਦੇ ਵਿੱਚ ਵਿਸ਼ਨੂੰ। ਇਹਨੇ ਜਾ ਕੇ ਤੇ ਉੱਥੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ, ਸੁਰੀਲੀ ਆਵਾਜ਼ ਦੇ ਵਿੱਚ ਉੱਚੀ ਉੱਚੀ ਪੜ੍ਹਨੇ ਸ਼ੁਰੂ ਕਰ ਦਿੱਤੇ। ਤੇ ਅੰਦਰ ਬਲ ਰਾਜਾ ਜੱਗ ਕਰਵਾਉਂਦਿਆ ਸੀ, ਉਹਦੇ ਕੰਨਾਂ 'ਚ ਆਵਾਜ਼ ਪਈ, ਕਹਿੰਦਾ ਬੜੀ ਮਨਮੋਹਕ ਆਵਾਜ਼ ਹੈ, ਬੜਾ ਆਨੰਦ ਆ ਰਿਹਾ। ਇਹ ਫਿਰ ਉੱਥੋਂ ਸਾਧ ਸੰਗਤ ਭੱਜਾ ਆਇਆ ਵੀ ਕੌਣ ਆਇਆ ਜਿਹਨੇ ਇੰਨੇ ਸੋਹਣੇ ਸ਼ਬਦ ਜਿਹੜੇ ਆ ਰਿਗਵੇਦ ਦੇ ਮੈਨੂੰ ਆ ਕੇ ਸੁਣਾਏ ਆ, ਵੇਦਾਂ ਦੇ ਪਾਠ ਸੁਣਾ ਰਿਹਾ, ਇਹ ਕੌਣ ਆ ਕੇ ਵੇਖਾ ਤੇ ਸਹੀ। ਇਹ ਭੱਜਾ ਆਇਆ, ਜਦ ਦਰਵਾਜ਼ੇ ਤੇ ਆ ਕੇ ਵੇਖਿਆ ਤੇ ਇਹ ਛੋਟਾ ਜਿਹਾ ਬਾਲਕ ਜਿਹੜਾ ਸੀ, ਇਹਨੇ ਇਹ ਗਾਉਂਦਿਆ ਸੀ ਉੱਚੀ ਉੱਚੀ। ਇਹਨੇ ਆਣ ਕੇ ਨਮਸਕਾਰ ਕੀਤੀ ਹੈ ਬਲ ਰਾਜੇ ਨੇ, ਤੇ ਪੈਰੀ ਹੱਥ ਲਾਏ, ਕਹਿੰਦੇ ਮਹਾਰਾਜ ਮੈਂ ਧੰਨ ਹੋ ਗਿਆ, ਤੁਸੀਂ ਮੇਰੇ ਰਾਜ ਵਿੱਚ ਆਏ ਹੋ, ਤੁਸੀਂ ਇੱਥੇ ਪਹੁੰਚੇ ਹੋ, ਮੈਂ ਧੰਨ ਹੋ ਗਿਆ। ਚਰਨੀ ਹੱਥ ਲਾਏ ਆ, ਆਓ ਤੁਹਾਨੂੰ ਪ੍ਰਸ਼ਾਦਾ ਪਾਣੀ ਛਕਾਈਏ। ਜਲ ਪਾਣੀ ਛਕਾਇਆ ਇਸ ਛੋਟੇ ਜਿਹੇ ਬਾਲਕ ਨੂੰ, 52 ਉਂਗਲਾਂ ਦਾ ਜੋ ਬੌਣਾ ਬਣ ਕੇ ਆਏ ਸੀ ਪਰਮੇਸ਼ਰ ਵਿਸ਼ਨੂੰ। ਇਹਨੂੰ ਇਹਨੇ ਫਿਰ ਜਲ ਪਾਣੀ ਛਕਾਇਆ ਤੇ ਨਾਲ ਹੀ ਕਿਹਾ ਕਿ ਆਓ ਤੁਹਾਡੀ ਕੀ ਇੱਛਾ ਹੈ ਮੈਂ ਉਹ ਪੂਰੀ ਕਰਾਂ। ਤੁਸੀਂ ਬੜੇ ਸੁੰਦਰ ਜਿਹੜੇ ਉਹ ਸ਼ਬਦ ਗਾਉਂਦੇ ਜੇ, ਵੇਦਾਂ ਦੇ ਪਾਠ ਕਰਦੇ ਹੋ, ਪਰਮੇਸ਼ਰ ਦੇ ਗੁਣ ਗਾਉਣ ਵਾਲੇ ਹੋ, ਤੁਹਾਨੂੰ ਸਾਰੇ 4 ਦੇ 4 ਹੀ ਵੇਦ ਕੰਠ ਆ, ਤੇ ਮੈਨੂੰ ਦੱਸੋ ਮੈਂ ਤੁਹਾਡੀ ਕੀ ਕੋਈ ਇੱਛਾ ਹੈਗੀ ਤੇ ਮੈਂ ਪੂਰੀ ਕਰਾਂ। ਇਹ ਕਹਿੰਦਾ ਜਿਹੜਾ ਬਾਵਨ ਰੂਪ ਬਣ ਕੇ ਆਇਆ ਸੀ ਪਰਮੇਸ਼ਰ, ਇਹ ਵਿਸ਼ਨੂੰ ਕਹਿੰਦਾ ਹੈ, ਕਹਿੰਦਾ ਜੀ ਮੇਰੀ ਕੋਈ ਇੱਛਾ ਨਹੀਂ ਹੈਗੀ, ਮੈਂ ਬ੍ਰਾਹਮਣ ਆ ਪਰ ਮੇਰੀ ਕੋਈ ਇੱਛਾ ਨਹੀਂ ਹੈਗੀ, ਮੈਂ ਕੋਈ ਕਿਸੇ ਤਰ੍ਹਾਂ ਦੀ ਕੋਈ ਇੱਛਾ ਲੈ ਕੇ ਨਹੀਂ ਤੇਰੇ ਕੋਲ ਆਇਆ ਰਾਜਨ, ਮੈਂ ਤੇ ਬਸ ਇੱਕ ਵੇਦਾਂ ਦਾ ਪਾਠ ਕਰਨ ਵਾਲਾ ਛੋਟਾ ਜਿਹਾ ਬਾਲਕ ਆ, ਤੇ ਬਸ ਮੈਂ ਵੇਦਾਂ ਦਾ ਪਾਠ ਕਰਨਾ ਜਾਣਦਾ। ਤੇ ਰਾਜਾ ਬਲ ਕਹਿੰਦਾ ਕਿ ਫਿਰ ਇੰਜ ਕਰੋ ਕਿ ਤੁਸੀਂ ਮੇਰੇ ਕੋਲ ਹੀ ਰਹੋ ਤੇ ਵੇਦਾਂ ਦਾ ਪਾਠ ਕਰੋ। ਕਹਿੰਦਾ ਜੀ ਜਿਵੇਂ ਤੁਹਾਡੀ ਇੱਛਾ, ਜਿਵੇਂ ਤੁਸੀਂ ਕਹੋ ਉਦਾਂ ਹੀ ਠੀਕ ਹੈ, ਪਰ ਜੇ ਤੁਸੀਂ ਮੈਨੂੰ ਇੱਥੇ ਰੱਖਣਾ ਹੈ ਤੇ ਮੈਨੂੰ ਨਾ 2.5 ਕਰਮਾਂ ਧਰਤੀ ਦੇ ਦਿਓ ਰਹਿਣ ਵਾਸਤੇ। ਇੱਕ ਮੈਂ ਛੋਟੀ ਜਿਹੀ ਝੌਂਪੜੀ ਬਣਾ ਲਾਂਗਾ, ਉੱਥੇ ਮੈਨੂੰ ਜਲ ਪਾਣੀ ਭੇਜਦਾ ਕਰਿਓ, ਉੱਥੇ ਮੈਂ ਛਕ ਲਿਆ ਕਰਾਂਗੇ ਤੇ ਨਾਲੇ ਪਰਮੇਸ਼ਰ ਦੀ ਬੰਦਗੀ ਕਰਾਂਗਾ। ਤੇ ਮੈਂ ਨਿਰਲੇਪ ਆ ਮਾਇਆ ਤੋਂ, ਤੇ ਮਾਇਆ ਮੈਂ ਕੋਈ ਨਹੀਂ ਲੈਣੀ, ਬਸ ਮੈਂ ਰੋਜ਼ ਆ ਕੇ ਤੁਹਾਡੇ ਦਰਬਾਰ ਦੇ ਉੱਤੇ ਬਾਹਰ ਖੜ ਕੇ ਤੇ ਵੇਦਾਂ ਦੇ ਪਾਠ ਗਾਇਆ ਕਰੂੰਗਾ, ਪਰਮੇਸ਼ਰ ਦੀ ਉਸਤਤ ਗਾਇਆ ਕਰੂੰਗਾ ਰੋਜ਼ ਬਾਹਰ ਬਹਿ ਕੇ। ਤੇ ਇਹ ਜਿਹੜਾ ਬਲ ਰਾਜਾ ਸੀ ਕਹਿੰਦਾ ਜਿਵੇਂ ਤੁਹਾਡੀ ਇੱਛਾ ਠੀਕ ਹੈ। ਇਹਨੇ ਚਿਰ ਨੂੰ ਇਹਦਾ ਜਿਹੜਾ ਵਾਹਿਗੁਰੂ ਇਹਦਾ ਜਿਹੜਾ ਗੁਰੂ ਸੀ ਸ਼ੁਕਰਾਚਾਰੀਆ ਉਹ ਆਇਆ, ਉਹਨੇ ਆ ਕੇ ਇਹਨੂੰ ਆਵਾਜ਼ ਮਾਰੀ, ਕਹਿੰਦਾ ਰਾਜੇ ਤੇਰਾ ਦਿਮਾਗ ਹੀ ਲੱਗਿਆ, ਤੂੰ ਕਿਹੜੇ ਪਾਸੇ ਲੱਗ ਗਿਆ। ਕਹਿੰਦਾ ਜੀ ਕੀ ਗੱਲ ਹੋਈ ਹੈ। ਕਹਿੰਦਾ ਇਹ ਕੋਈ ਮਾੜਾ ਛੋਟਾ ਮੋਟਾ ਬਾਲਕ ਨਾ, ਇਹਨੂੰ ਸਮਝ ਇਹ ਤੈਨੂੰ ਛਲਣ ਵਾਸਤੇ ਆਇਆ, ਇਹ ਤੇਰੇ ਨਾਲ ਧੋਖਾ ਕਰਨ ਵਾਸਤੇ ਆਇਆ, ਮੈਨੂੰ ਲੱਗਦਾ ਇਹ ਵਿਸ਼ਨੂੰ ਆ। ਤੇ ਬਲ ਰਾਜਾ ਕਹਿੰਦਾ ਫੇਰ ਕਿਹੜੀ ਗੱਲ ਹੈ ਵਿਸ਼ਨੂੰ ਆ ਤੇ ਕੋਈ ਗੱਲ ਨਹੀਂ, ਮੈਨੂੰ ਤੇ ਇਹਦੇ ਵੇਦਾਂ ਦੇ ਪਾਠ ਨੇ ਮੋਹ ਲਿਆ, ਇੰਨਾ ਸੋਹਣਾ ਇਹ ਸ਼ਲੋਕ ਪੜ੍ਹਦਾ ਵੇਦਾਂ ਦੇ, ਮੈਨੂੰ ਤੇ ਉਹਨੇ ਮੋਹ ਲਿਆ, ਕੋਈ ਗੱਲ ਨਹੀਂ, ਜੇ ਕੁਛ ਮੰਗ ਲਊਗਾ ਤੇ ਕਿਤੇ ਕਿੰਨਾ ਕੁ ਮੰਗ ਲਊਗਾ, ਛੋਟਾ ਜਿਹਾ ਤੇ ਹੈਗਾ, ਕੀ ਮੰਗ ਲੂਗਾ ਮੇਰੇ ਕੋਲ। ਤੇ ਫਿਰ ਜਾ ਕੇ ਇਹਨੇ ਕਿਹਾ ਵੀ ਚਲੋ ਤੁਹਾਡੀ ਜੋ ਇੱਛਾ ਹੈ ਉਹ ਮੰਗੋ। ਤੇ ਇਹਨੇ ਕਿਹਾ, ਵਿਸ਼ਨੂੰ ਨੇ ਕਹਿੰਦਾ ਫਿਰ ਮੁੱਕਰੇਗਾ ਤਾਂ ਨਾ ਆਪਣੇ ਬਚਨਾਂ ਤੋਂ। ਇਹ ਕਹਿੰਦਾ ਨਹੀਂ ਮੁੱਕਰਦਾ। ਇਹਨੇ ਫੇਰ ਕਿਹਾ ਵੀ ਦੇਖ ਲਾ ਲੋਕ ਇਕੱਠੇ ਕਰ ਲਾ, ਸਾਰੇ ਪਾਸੇ ਦੇ ਲੋਕ ਇਕੱਠੇ ਹੋ ਗਏ ਜਿੰਨੇ ਵੀ ਸੀ ਇਹਦੇ ਰਾਜ ਦੇ, ਉਹਨਾਂ ਸਾਰਿਆਂ ਦੇ ਵਿੱਚ ਖੜ ਕੇ ਇਹਨੇ ਜੋ ਛੋਟਾ ਜਿਹਾ ਬੌਣਾ ਸੀ ਵਿਸ਼ਨੂੰ ਬਣ ਕੇ ਆਇਆ ਸੀ, ਇਹਨੇ ਕਿਹਾ, ਕਹਿੰਦਾ ਮੈਨੂੰ 2.5 ਕਦਮਾਂ ਧਰਤੀ ਚਾਹੀਦੀ ਹੈ। ਸਾਰੇ ਹੱਸਣ ਲੱਗ ਪਏ, ਰਾਜਾ ਵੀ ਮੁਸਕਰਾਇਆ, ਬਲ ਰਾਜਾ ਜਿਹੜਾ ਸੀ ਇਹ ਵੀ ਮੁਸਕਰਾਇਆ, ਤੇ ਮੁਸਕਰਾ ਕੇ ਤੇ ਇਹਨੇ ਕਿਹਾ ਚੱਲ ਠੀਕ ਹੈ ਤੁਹਾਨੂੰ ਦਿੱਤੀ 2.5 ਕਰਮਾਂ ਧਰਤੀ। ਕਹਿੰਦਾ ਵੇਖ ਲਾ ਰਾਜਨ ਇੰਨੇ ਲੋਕ ਸੁਣਦੇ ਪਏ, ਮੁੱਕਰੀ ਨਾ। ਕਹਿੰਦਾ ਨਹੀਂ ਮੈਂ ਮੁੱਕਰਦਾ ਨਹੀਂ ਆ, ਤੁਸੀਂ 2.5 ਕਰਮਾਂ ਧਰਤੀ ਮੰਗੀ ਲੈ ਲਓ, ਮੈਂ ਉੱਥੇ ਤੁਹਾਨੂੰ ਤੁਹਾਡੀ ਜਗ੍ਹਾ ਜਿਹੜੀ ਝੌਂਪੜੀ ਪਾ ਦੇਵਾਂਗਾ ਤੇ ਤੁਸੀਂ ਇੱਥੇ ਰਹਿ ਪਿਓ। ਤੇ ਇੱਕ ਗੱਲ ਤੁਸੀਂ ਵੀ ਪੱਕੀ ਕਰੋ ਕਿ ਮੇਰੇ ਦਰ ਦੇ ਉੱਤੇ ਤੁਸੀਂ ਆ ਕੇ ਰੋਜ਼ ਸ਼ਲੋਕ ਗਾਉਣੇ ਆ, ਰਿਗਵੇਦਾਂ ਦੇ ਸਾਰਿਆਂ ਵੇਦਾਂ ਦੇ ਸ਼ਲੋਕ ਗਾ ਕੇ ਸੁਣਾਇਆ ਕਰਨੇ। ਕਹਿੰਦਾ ਠੀਕ ਹੈ। ਦੋਵਾਂ ਦੀ ਗੱਲ ਹੋ ਗਈ ਆਪਸ 'ਚ। ਫਿਰ ਸਾਧ ਸੰਗਤ ਜਦੋਂ ਦੋਵਾਂ ਦੀ ਗੱਲ ਹੋਈ ਹੈ ਤੇ ਇਹਨੇ ਕਿਹਾ ਜੀ ਠੀਕ ਹੈ, ਜੋ ਤੁਹਾਡੀ ਇੱਛਾ ਲੈ ਲਓ, 2.5 ਕਰਮਾਂ ਜਿੱਥੇ ਮਿਲਣੀਆਂ ਚਾਹੁੰਦੀ ਮਿਲ ਲਓ। ਫਿਰ ਇਹ ਜਿਹੜਾ ਛੋਟਾ ਸੀ 52 ਉਂਗਲਾਂ ਦਾ ਜਿਹੜਾ ਇਹ ਬਣ ਕੇ ਆਇਆ ਸੀ ਪੰਡਤ, ਇਹਨੇ ਫਿਰ ਵੱਡਾ ਸਾਰਾ ਵਿਸ਼ਾਲ ਰੂਪ ਬਣਾ ਲਿਆ, ਆਪਣਾ ਵਿਸ਼ਾਲ ਰੂਪ ਕਰ ਲਿਆ। ਕਹਿੰਦੇ ਕਿ ਇੰਨਾ ਵੱਡਾ ਬਣ ਗਿਆ ਕਿ 2 ਕਦਮਾਂ ਦੇ ਨਾਲ ਇਹਨੇ 3 ਲੋਕ ਜਿਹੜੇ ਸਨ ਉਹ ਸਾਰੇ ਮਿਲ ਲਏ, ਧਰਤੀ ਸਾਰੀ ਮਿਲ ਲਈ ਪਰਮੇਸ਼ਰ ਨੇ, ਵਿਸ਼ਨੂੰ ਨੇ, ਸਮੇਂ ਦੇ ਅਵਤਾਰ ਨੇ, ਸਾਰਾ ਕੁਝ ਮਿਲ ਲਿਆ। ਜਦੋਂ 2 ਕਦਮਾਂ ਦੇ ਨਾਲ ਮਿਲਿਆ ਗਿਆ ਤੇ ਹੁਣ ਅੱਧਾ ਕਦਮ ਰਹਿ ਗਿਆ ਸੀ। ਇਹਨੇ ਬਲ ਰਾਜੇ ਨੇ ਕਿਹਾ, ਵਾਹਿਗੁਰੂ ਇਹਨੇ ਕਿਹਾ ਕਿ ਰਾਜਨ ਹੁਣ ਦੱਸ ਮੈਂ ਅੱਧਾ ਕਦਮ ਕਿੱਥੇ ਰੱਖਾਂ, 2 ਕਦਮਾਂ ਨਾਲ ਮੈਂ ਧਰਤੀ ਮਿਲ ਲਈ ਹੈ ਤੇ ਹੁਣ ਅੱਧਾ ਕਦਮ ਮੈਂ ਰੱਖਣਾ ਤੇ ਇਹ ਮੈਂ ਕਿੱਥੇ ਰੱਖਾਂ, ਮੈਨੂੰ ਜਗ੍ਹਾ ਨਹੀਂ ਦਿਖਦੀ ਪਈ, ਮੈਨੂੰ ਦੱਸ ਮੈਂ ਕਿੱਥੇ ਰੱਖਾਂ।
बड़ा हैरान होया बल राजा कि हुण मैं करां की। फिर इन्हें दोवें हत्थ जोड़ के कहा कि महाराज परमेश्वर जी तुसीं मेरे ना सीस दे उत्ते ही अपना पैर रख दो, मैं अपना आपा ही तुहानूं अर्प करदे हां। तां इन्हां नूं भगत कहा गया क्योंकि इन्हां ने आपा ही अर्पण कर दिता अपने इष्ट दे अगे, विष्णु दे अगे। ये कहंदा जी मैं तुहानूं अपना आपा अर्पण करदा। फिर विष्णु ने जिहड़ा अद्धा कदम सी इहदे उपर रखिया इहदे सीस दे उत्ते ते नाल ही इहनूं धसा के पताल च लै गया, हेठां धरती दे हेठां लै गया। ਉੱਥੇ ਜਾ ਕੇ ਫਿਰ ਜਦੋਂ ਉੱਥੇ ਪਹੁੰਚਿਆ ਫਿਰ ਉੱਥੇ ਇਹਨੇ ਕਿਹਾ ਹੈ ਕਿ ਰਾਜੇ ਬਲ ਵਾਹਿਗੁਰੂ ਇਹਨੇ ਪਰਮੇਸ਼ਰ ਨੇ ਜੋ ਵਿਸ਼ਨੂੰ ਰੂਪ ਸੀ ਇਹਨੇ ਕਿਹਾ ਕਿ ਠੀਕ ਹੈ ਤੈਨੂੰ ਹੁਣ ਆ ਪਤਾਲ ਦਾ ਰਾਜ ਦਿੱਤਾ, ਤੂੰ ਇੱਥੇ ਧਰਤੀ ਦੇ ਅੰਦਰ ਦਾ ਜਿਹੜਾ ਰਾਜ ਹੈ ਤੇਰਾ ਹੋਇਆ ਤੇ ਹੁਣ ਮੈਂ ਚੱਲਦਾ। ਤੇ ਫਿਰ ਬਲ ਰਾਜੇ ਨੇ ਬਾਹ ਫੜ ਲਈ, ਕਹਿੰਦਾ ਕਿੱਧਰ ਚੱਲੇ ਹੁਣ? ਕਹਿੰਦਾ ਕੀ ਗੱਲ ਹੋਈ? ਕਹਿੰਦਾ ਠੀਕ ਆ ਤੁਸੀਂ ਮੇਰੇ ਕੋਲ 2.5 ਕਦਮਾਂ ਧਰਤੀ ਮੰਗੀ ਤੇ ਇਹ ਵੀ ਗੱਲ ਯਾਦ ਰੱਖੋ ਕਿ ਤੁਸੀਂ ਵੀ ਮੈਨੂੰ ਇੱਕ ਕੁਝ ਕਿਹਾ ਸੀ, ਬਚਨ ਦਿੱਤਾ ਸੀ। ਕਹਿੰਦਾ ਕੀ ਬਚਨ ਦਿੱਤਾ ਸੀ? ਵਿਸ਼ਨੂੰ ਨੇ ਕਿਹਾ, ਕਹਿੰਦਾ ਤੁਸੀਂ ਮੈਨੂੰ ਬਚਨ ਦਿੱਤਾ ਸੀ ਕਿ ਮੇਰੇ ਦਰਵਾਜ਼ੇ ਤੇ ਖੜ ਕੇ ਤੇ ਪਰਮੇਸ਼ਰ ਦੇ ਗੁਣ ਗਾਣ ਹੀ ਗਾਇਆ ਕਰਨੇ, ਤੁਸੀਂ ਪਰ ਵੇਦਾਂ ਦੇ ਸ਼ਲੋਕ ਗਾਇਨ ਕਰਿਆ ਕਰਨੇ ਮੇਰੇ ਦਰਵਾਜ਼ੇ ਤੇ ਖੜ ਕੇ, ਤੇ ਆਪ ਤੁਸੀਂ ਭੱਜ ਚੱਲੇ ਜੀ। ਇਦਾਂ ਥੋੜੀ ਗੱਲ ਬਣਨੀ ਹੈ। ਮੈਂ ਆਪਣੀ ਕੀਤੀ ਦੇ ਵਿੱਚ ਪੂਰਾ ਸੰਪੂਰਨ ਉਤਰਿਆ, ਮੈਂ ਤੁਹਾਡੇ ਨਾਲ ਕੋਈ ਛਲ ਨਹੀਂ ਕੀਤਾ, ਕੁਛ ਨਹੀਂ ਕੀਤਾ, ਤੁਸੀਂ ਮੇਰੇ ਨਾਲ ਛਲ ਕਰਕੇ ਹੁਣ ਭੱਜ ਚੱਲੇ ਹੋ। ਇਹ ਗੱਲ ਗਲਤ ਹੈ, ਬਚਨ ਦੇ ਕੇ ਮੁਕਰਦੇ ਹੋ, ਤੁਸੀਂ ਕਿਹੜੇ ਭਗਵਾਨ ਹੋਏ? ਫਿਰ ਉਸ ਸਮੇਂ ਕਹਿੰਦੇ ਕਿ ਜਿਹੜਾ ਬਲ ਰਾਜਾ ਸੀ ਇਹਦੇ ਦਰਵਾਜ਼ੇ ਤੇ ਵਿਸ਼ਨੂੰ ਬਹਿ ਗਿਆ, ਬਹਿ ਕੇ ਤੇ ਫਿਰ ਇਹ ਉੱਥੇ ਪਤਾਲ ਦਾ ਇਹਨੂੰ ਰਾਜ ਮਿਲ ਗਿਆ। ਤੇ ਜਿਹੜਾ ਬਲ ਰਾਜਾ ਸੀ ਇਹਨੇ ਪਤਾਲ ਦੇ ਵਿੱਚ ਬੈਠ ਕੇ ਤੇ ਉੱਥੇ ਰਾਜ ਕੀਤਾ ਤੇ ਅੱਜ ਵੀ ਕਹਿੰਦੇ ਉੱਥੇ ਰਾਜ ਕਰ ਰਿਹਾ। ਤੇ ਵਿਸ਼ਨੂੰ ਜਿਹੜਾ ਆ ਉੱਥੇ ਫਿਰ ਇਹਦੇ ਬੰਦਗੀ ਕਰ ਲੱਗ ਪਿਆ ਪਰਮੇਸ਼ਰ ਜੀ ਦੇ ਦਰਵਾਜ਼ੇ ਤੇ ਬਹਿ ਕੇ ਇਹਨੇ ਫਿਰ ਗੁਣ ਗਾਇਨ ਕੀਤੇ ਪਰਮੇਸ਼ਰ ਦੇ। ਸੋ ਆਪਾਂ ਪਹਿਲੋਂ ਜਿਹੜਾ ਹੈ ਇਸ ਪੌੜੀ ਦੇ ਅਰਥ ਕਰ ਲਈਏ, ਫਿਰ ਉਸ ਤੋਂ ਬਾਅਦ ਗੁਰਬਾਣੀ ਦੇ ਵਿੱਚ ਕਿਵੇਂ ਕਰਕੇ ਬਲ ਰਾਜਾ ਜੀ ਦਾ ਜ਼ਿਕਰ ਆਇਆ ਉਹਦੇ ਬਾਰੇ ਵਿਚਾਰ ਕਰਨੀ ਹੈ ਸਾਧ ਸੰਗਤ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ। ਬਲ ਰਾਜੇ ਨੂੰ ਦੱਸਿਆ ਹੈ ਇਹਦੇ ਸ਼ੁਕਰਾਚਾਰੀਆ ਗੁਰੂ ਨੇ ਕਿ ਤੂੰ ਇੱਕ ਜਗ ਕਰ ਤੇ ਉਹਦੇ ਨਾਲ ਤੈਨੂੰ ਇੰਦਰ ਪਦਵੀ ਮਿਲ ਜਾਏਗੀ, ਤੈਨੂੰ ਇੰਦਰ ਦਾ ਸਿੰਘਾਸਨ ਮਿਲ ਜਾਏਗਾ। ਇਹ ਆਪਣੇ ਘਰ 'ਚ ਬੈਠਾ ਜਗ ਕਰ ਦਿਆ ਤੇ 52 ਰੂਪੀ ਆਇਆ, 4 ਵੇਦ ਮੁੱਖ ਪਾਠ ਸੁਣਾਵੇ। ਭਾਈ ਗੁਰਦਾਸ ਜੀ ਕਹਿੰਦੇ ਫਿਰ 52 ਰੂਪ 52 ਉਂਗਲਾਂ ਦਾ ਸਰੀਰ ਬਣਾ ਕੇ ਬੌਣਾ ਜਿਹਾ ਬਣ ਕੇ ਪਰਮੇਸ਼ਰ ਜਿਹੜਾ ਹੈ ਵਿਸ਼ਨੂੰ ਆਪ ਆਇਆ ਚੱਲ ਕੇ ਤੇ 4 ਵੇਦਾਂ ਦਾ ਪਾਠ ਸੁਣਾ ਰਿਹਾ ਸਾਰਿਆਂ ਨੂੰ ਉੱਚੀ ਉੱਚੀ ਗਾ ਕੇ। ਰਾਜੇ ਅੰਦਰ ਸੱਦਿਆ ਮੰਗ ਸੁਆਮੀ ਜੋ ਤੁਧ ਭਾਵੈ। ਰਾਜੇ ਨੇ ਅੰਦਰ ਸੱਦ ਲਿਆ, ਅੰਦਰ ਸੱਦ ਕੇ ਜਲ ਪਾਣੀ ਛਕਾਇਆ। ਕਹਿੰਦਾ ਜੋ ਤੈਨੂੰ ਚਾਹੁੰਦਾ ਨਾ ਮੇਰੇ ਸਵਾਮੀ ਜੀ ਮੰਗੋ, ਤੁਸੀਂ ਬੜਾ ਸੋਹਣਾ ਮੈਨੂੰ ਪਾਠ ਸੁਣਾਇਆ, ਜੋ ਤੁਹਾਨੂੰ ਪਾਉਂਦਾ ਹੈ ਉਹੀ ਮੰਗ ਲਓ, ਮੈਂ ਤੁਹਾਨੂੰ ਦੇਣ ਜੋਗ ਹਾਂ, ਜੋ ਵੀ ਕੁਛ ਮੰਗੋਗੇ। ਫਿਰ ਕਹਿੰਦੇ ਅਛਲ ਛਲਣ ਤੁਧ ਆਇਆ, ਸ਼ੁਕਰ ਪੁਰੋਹਿਤ ਕਹਿ ਸਮਝਾਵੇ। ਜਿਹੜਾ ਦਾ ਪੁਰੋਹਿਤ ਸ਼ੁਕਰ ਸੀ ਇਹਦਾ ਗੁਰੂ ਕਹਿੰਦਾ ਇਹ ਕੋਈ ਮਾੜਾ ਮੋਟਾ ਬਾਲਕ ਨਹੀਂ ਹੈ, ਇਹ ਤੈਨੂੰ ਛਲਣ ਵਾਸਤੇ ਆਇਆ। ਪਰਮੇਸ਼ਰ ਆਪ ਅਛਲ ਹੈ, ਇਹ ਪਰਮੇਸ਼ਰ ਹੈ, ਵਿਸ਼ਨੂੰ ਸਮੇਂ ਦਾ ਅਵਤਾਰ, ਇਹ ਤੈਨੂੰ ਛਲਣ ਵਾਸਤੇ ਆਇਆ। ਅਛਲ ਛਲਣ ਤੁਧ ਆਇਆ, ਤੈਨੂੰ ਆਇਆ। ਸ਼ੁਕਰ ਪੁਰੋਹਿਤ ਕਹਿ ਸਮਝਾਵੇ, ਬੜਾ ਸਮਝਾਇਆ ਸ਼ੁਕਰ ਪੁਰੋਹਿਤ ਨੇ ਪਰ ਨਹੀਂ ਮੰਨਿਆ। ਬਲ ਰਾਜਾ ਕਹਿੰਦਾ ਕੋਈ ਗੱਲ ਨਹੀਂ, ਮੰਗ ਲੈਣ ਦੇ, ਕੀ ਮੰਗਦਾ। ਫਿਰ ਉਸ ਤੋਂ ਬਾਅਦ ਕਰੋ 28 ਧਰਤ ਮੰਗ, ਪਿੱਛੋਂ ਦੇ ਤ੍ਰੈ ਲੋਕ ਨਾ ਮਾਵੇ। 2.5 ਕਦਮਾਂ ਜਿਹੜੀ ਧਰਤੀ ਮੰਗੀ ਹੈ, ਕਹਿੰਦਾ ਕਿ ਰਾਜੇ ਨੂੰ ਮੈਨੂੰ 2.5 ਕਦਮਾਂ ਧਰਤੀ ਦੇ ਦੇ ਤੇ ਮੈਂ ਤੇਰੇ ਦਰ ਤੇ ਬੈਠਾ ਜਿਹੜਾ ਹੈ ਨਾ ਉਹ ਪਰਮੇਸ਼ਰ ਦੇ ਗੁਣ ਗਾਇਆ ਕਰੂੰਗਾ। ਕਰੋ 28 ਧਰਤੀ ਮੰਗ, ਪਿੱਛੋਂ ਦੇ ਤ੍ਰੈ ਲੋਕ ਲੋ ਨਾ ਪਮਾਵੇ। ਤੇ ਫਿਰ ਕੀ ਕੀਤਾ? ਕਹਿੰਦਾ ਪਿੱਛੋਂ ਦੇ ਤ੍ਰੇਹੋ ਲੋਕ ਨਾ ਮਾਵੇ। ਕਹਿੰਦਾ ਫਿਰ ਮੈਂ ਹੋਰ ਕੀ ਮੰਗਣਾ, ਮੈਨੂੰ 2.5 ਕਦਮਾਂ ਧਰਤੀ ਦੇ ਦੇ। ਤੇ ਫਿਰ ਜਿਹੜੇ ਸਾਰੇ ਲੋਕ ਪਰਮੇਸ਼ਰ ਨੇ ਜਿਹੜਾ, ਕਿਉਂਕਿ ਉਹਦੇ ਕੋਲ ਹੀ ਸੀ, ਪਰਮੇਸ਼ਰ ਸੀ, ਉਸ ਸਮੇਂ ਦਾ ਅਵਤਾਰ ਸੀ, ਸਾਰਾ ਕੁਛ ਉਹਦਾ ਸੀ। ਪਿੱਛੋਂ ਦੇ ਤੇ ਲੋ ਨਾ ਪਮਾਵੇ, ਕਹਿੰਦਾ ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਬਸ 2.5 ਕਦਮਾਂ ਧਰਤੀ ਚਾਹੀਦੀ, ਹੋਰ ਮੈਂ ਤੇਰੇ ਤੋਂ ਕੀ ਮੰਗ ਲੈਣਾ। ਦੋਏ ਕਰਮਾ ਕਰ ਤਿੰਨ ਲੋ, ਬਲ ਰਾਜਾ ਲੈ ਮਗਰ ਮਨਾਵੇ। ਫਿਰ ਵਿਸ਼ਨੂੰ ਨੇ ਵੱਡਾ ਸਾਰਾ ਰੂਪ ਬਣਾ ਕੇ ਆਪਣਾ ਵੱਡਾ ਸਾਰਾ ਸਰੀਰ ਬਣਾਇਆ, ਤਿੰਨਾਂ ਲੋਹਾਂ ਦਾ, 3 ਲੋਕਾਂ ਜਿੱਡਾ। ਤੇ ਫਿਰ ਉਸ ਤੋਂ ਬਾਅਦ ਦੋਏ ਕਰਾਵਾਂ ਕਰ 3 ਲੋਕ, 2 ਕਦਮਾਂ ਦੇ ਵਿੱਚ ਇਹਨੇ 3 ਦੇ 3 ਲੋਕ ਮਿਲ ਲਏ, ਤਿੰਨੇ ਲੋਕ ਮਿਲ ਲਏ ਇਹਨੇ। ਬਲ ਰਾਜਾ ਲੈ ਮਗਰ ਮਿਲਾਵੇ। ਫਿਰ ਇਹਨੇ ਕਿਹਾ ਬਲ ਰਾਜਾ ਤੂੰ ਮੇਰੇ ਗੱਲ ਕੀਤੀ ਸੀ 2.5 ਕਦਮਾਂ ਦੀ, ਹੁਣ 2 ਕਦਮਾਂ ਦੇ ਵਿੱਚ ਮੈਂ 3 ਲੋਕ ਮਿਲ ਲਏ, ਤੇ ਹੁਣ ਮੈਂ ਕੀ ਕਰਾਂ? ਆਪਣਾ ਅੱਧਾ ਕਦਮ ਕਿੱਥੇ ਰੱਖਾਂ?
ਤੇ ਇਹ ਫਿਰ ਕਹਿੰਦਾ ਮਹਾਰਾਜ ਇੰਜ ਕਰੋ, ਤੁਸੀਂ ਹੁਣ ਨਾ ਮੇਰੇ ਮਗਰ ਦਾ ਅਰਥ ਹੁੰਦਾ ਪਿੱਠ, ਮੇਰੀ ਪਿੱਠ ਤੇ ਆਪਣਾ ਜਿਹੜਾ ਅੱਧਾ ਕਦਮ ਰੱਖ ਲਓ, ਭਾਵ ਮੇਰੇ ਉੱਤੇ ਰੱਖ ਲਓ, ਮੈਂ ਆਪਣਾ ਆਪ ਹੀ ਤੁਹਾਡੇ ਅੱਗੇ ਅਰਪਣ ਕਰਦਾ। ਫਿਰ ਬੜਾ ਖੁਸ਼ ਹੋਇਆ ਪਰਮੇਸ਼ਰ, ਇਹ ਵਿਸ਼ਨੂੰ ਕਹਿੰਦਾ ਕਿ ਮੈਂ ਤੇਰੇ ਤੋਂ ਬੜਾ ਖੁਸ਼ ਹਾਂ। ਇਹਨੇ ਫਿਰ ਆਪਣਾ ਅੱਧਾ ਕਦਮ ਜਿਹੜਾ ਸੀ ਇਹਦੇ ਉੱਤੇ ਰੱਖਿਆ ਤੇ ਇਹਨੂੰ ਫਿਰ ਪਤਾਲ ਦੇ ਵਿੱਚ ਲੈ ਗਿਆ। ਬਲ ਛਲ ਆਪ ਛਲਾਇਨ ਹੋਏ ਦਇਆਲ ਮਿਲੇ ਗਲ ਲਾਵੇ। ਫਿਰ ਬਲ ਛਲ ਕਰ, ਬਲ ਦੇ ਨਾਲ ਛਲ ਕਰਕੇ ਆਪ ਛਲਾਇਨ, ਆਪ ਉਹਨੇ ਛਲਿਆ ਬਲ ਨੂੰ ਆ ਕੇ। ਤੇ ਇਹ ਵੀ ਅਰਥ ਬਣਦਾ ਬਲ ਛਲ ਆਪ ਛਲਾਏ, ਨਾਲੇ ਬਲ ਨੂੰ ਛਲਿਆ, ਨਾਲੇ ਆਪ ਵੀ ਪਰਮੇਸ਼ਰ ਜਿਹੜਾ ਵਿਸ਼ਨੂੰ ਸੀ ਆਪ ਵੀ ਛਲਿਆ ਗਿਆ। ਕਿਉਂ? ਕਿਉਂਕਿ ਉਹਨੇ ਕਿਹਾ ਕਿ ਤੂੰ ਹੁਣ ਭੱਜਣ ਕਿੱਥੇ ਲੱਗਾ, ਮੇਰੇ ਦਰ ਤੇ ਬਹਿ ਕੇ ਵੇਦਾਂ ਦੇ ਪਾਠ ਵੀ ਸੁਣਾ, ਮੈਂ ਇਕੱਲਾ ਨਹੀਂ ਇਸ ਪਤਾਲ ਲੋਕ ਦੇ ਵਿੱਚ ਰਹਿਣਾ, ਤੂੰ ਵੀ ਮੇਰੇ ਨਾਲ ਹੀ ਗਾ। ਆਪ ਵੀ ਛਲਿਆ ਗਿਆ। ਬਲ ਛਲ ਆਪ ਛਲਾਇਨ ਹੋਏ ਦਇਆਲ ਮਿਲੇ ਗਲ ਲਾਵੇ। ਫਿਰ ਦਇਆਲੂ ਹੋ ਕੇ ਵਿਸ਼ਨੂੰ ਨੇ, ਪਰਮੇਸ਼ਰ ਨੇ ਆਪ ਦਇਆਲੂ ਹੋ ਕੇ ਇਹਨੂੰ ਫਿਰ ਬਲ ਰਾਜ ਨੂੰ ਆਪਣੇ ਗਲ ਨਾਲ ਲਾਇਆ ਕਿ ਬਲ ਰਾਜਾ, ਮੈਂ ਤੇਰੇ ਤੋਂ ਬੜਾ ਪ੍ਰਸੰਨ ਹੋਇਆ, ਤੂੰ ਮੇਰੀ ਗੱਲ ਮੰਨੀ ਹੈ, ਮੈਨੂੰ 2.5 ਕਦਮਾਂ ਧਰਤੀ ਦਿੱਤੀ ਹੈ, ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੇ। ਭਾਈ ਗੁਰਦਾਸ ਜੀ ਕਹਿੰਦੇ ਫਿਰ ਪਤਾਲ ਦਾ ਰਾਜ ਦੇ ਦਿੱਤਾ ਇਸ ਬਲ ਰਾਜੇ ਨੂੰ, ਪਰਮੇਸ਼ਰ ਨੇ ਪਤਾਲ ਦਾ ਰਾਜ ਦੇ ਦਿੱਤਾ ਤੇ ਫਿਰ ਹੋਏ ਅਧੀਨ ਭਗਤ ਜਸ ਗਾਵੇ। ਫਿਰ ਜਿਹੜਾ ਅਸੀਂ ਇਹ ਪਰਮੇਸ਼ਰ ਦੇ ਜਸ ਗਾਉਣ ਲੱਗ ਪਿਆ, ਹੋਏ ਅਧੀਨ ਭਗਤ ਜਸ ਗਾਵੇ, ਹੋਏ ਦਰਬਾਨ ਮਹਾ ਸੁਖ ਪਾਵੇ। ਫਿਰ ਆਪ ਹੀ ਉਹਦੇ ਦਰਬਾਨ ਭਾਵ ਦਰਵਾਜ਼ੇ ਤੇ ਖੜ ਕੇ ਮਹਾ ਸੁਖ ਪਾਵੇ, ਉੱਥੇ ਹੀ ਬਹਿ ਗਿਆ ਵਿਸ਼ਨੂੰ, ਤੇ ਉੱਥੇ ਹੀ ਬਹਿ ਕੇ ਫਿਰ ਇਹਨੇ ਜਿਹੜਾ ਸੀ ਉਹ ਤਪ ਕਰਨਾ ਸ਼ੁਰੂ ਕਰ ਦਿੱਤਾ, ਪਰਮੇਸ਼ਰ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਇੱਕ ਜਗ੍ਹਾ ਦੇ ਹੋਰ ਉੱਤੇ 26ਵੀਂ ਵਾਰ ਦੇ ਵਿੱਚ ਵੀ ਭਾਈ ਗੁਰਦਾਸ ਨੇ ਇੱਕ ਜਗ੍ਹਾ ਦੇ ਉੱਤੇ ਜ਼ਿਕਰ ਕੀਤਾ ਕਿ 52 ਰੂਪੀ ਹੋਏ ਕੈ ਛਲ ਛਲ ਆਪ ਛਲਾਇਆ, ਕਿ ਉਹਨੂੰ ਛਲਣ ਆਇਆ ਸੀ ਤੇ ਪਰਮੇਸ਼ਰ ਆਪ ਵੀ ਛਲਿਆ ਗਿਆ। ਛਲਿਆ ਕਿਉਂ ਗਿਆ? ਕਿ ਫਿਰ ਉਹਦੇ ਦਰ ਤੇ ਵੀ ਬਹਿਣਾ ਪਿਆ। ਕਰੋ 2.5 ਧਰਤ ਮੰਗ ਪਿੱਛੋਂ ਦੇ ਵੱਡ ਪਿੰਡ ਵਧਾਇਆ, ਦੋਏ ਕਰਵਾ ਕਰ 3 ਲੋ ਬਲ ਰਾਜੇ ਫਿਰ ਮਗਰ ਮੰਗਾਇਆ। ਫਿਰ ਉਸ ਤੋਂ ਬਾਅਦ ਸ਼ੁਕਰੋ ਚੰਗਾ ਜਾਣ ਕੇ ਰਾਜ ਪਤਾਲ ਲੋਕ ਦਾ ਪਾਇਆ। ਫਿਰ ਉਸ ਤੋਂ ਬਾਅਦ ਉਹਨੂੰ ਪਤਾਲ ਦਾ ਰੋਗ ਪ੍ਰਾਪਤ ਹੋ ਗਿਆ। ਬ੍ਰਹਮਾ ਵਿਸ਼ਨ ਮਹੇਸ਼ ਤਰੈ ਭਗਤ ਵਛਲ ਵਰਦਾਨ ਸਦਾਇਆ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ ਉਹਦੇ ਦਰ ਤੇ ਬਹਿ ਗਿਆ ਨਾ, ਵਿਸ਼ਨੂੰ ਉਹਦੇ ਦਰ ਤੇ ਬਹਿ ਕੇ ਗੁਣ ਗਾਉਣ ਲੱਗ ਪਿਆ ਤੇ ਵਿਸ਼ਨੂਪੁਰੀ ਖਾਲੀ ਹੋ ਗਈ, ਕਿਉਂਕਿ ਵਿਸ਼ਨੂੰ ਭਗਵਾਨ ਤੇ ਇੱਕ ਹੀ ਸੀ, ਉਹ ਖਾਲੀ ਹੋ ਗਈ, ਵਿਸ਼ਨੂਪੁਰੀ ਖਾਲੀ ਹੋ ਗਈ ਤੇ ਉੱਥੇ ਕੋਈ ਨਹੀਂ ਸੀ। ਤੇ ਚਿੰਤਾ ਪੈ ਗਈ ਸਾਰਿਆਂ ਦੇਵਤਿਆਂ ਨੂੰ ਕਿ ਹੁਣ ਬਲ ਰਾਜੇ ਨਾਲ ਬਚਨ ਕੀਤਾ ਹੈ, ਜੇ ਬਲ ਰਾਜੇ ਨੇ ਆਪਣਾ ਬਚਨ ਪਗਾਇਆ ਤੇ ਹੁਣ ਇਹਨੂੰ ਵਿਸ਼ਨੂੰ ਨੂੰ ਵੀ ਪਗਾਉਣਾ ਪੈਣਾ, ਉਹਦੇ ਦਰ ਤੇ ਬਹਿਣਾ ਪੈਣਾ। ਸਾਰੇ ਸੋਚਣ ਹੁਣ ਕਰੀਏ ਕਿ ਵਿਸ਼ਨੂਪੁਰੀ ਖਾਲੀ ਹੋ ਗਈ ਆ, ਜਗਤ ਦਾ ਕਾਰਜਕਾਲ ਕੌਣ ਸੰਭਾਲੇ। ਬੜਾ ਪੰਗਾ ਪੈ ਗਿਆ ਵੀ ਹੁਣ ਵਿਸ਼ਨੂੰ ਨੂੰ ਉਹਦੇ ਦਰ ਤੇ ਬਹਿਣਾ ਪੈਂਦਿਆ, ਹੁਣ ਇੰਨਾ ਚਿਰ ਕੌਣ ਬਵੇ ਉਹਦੇ ਦਰ ਤੇ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ, ਵੇਦਾਂ ਦੇ ਸ਼ਲੋਕ ਸੁਣਾਉਣ ਵਾਸਤੇ। ਇਹ ਤੇ ਪਰਮੇਸ਼ਰ ਆਪ ਹੀ ਛਲਿਆ ਗਿਆ। ਫਿਰ ਕੀ ਹੋਇਆ ਕਿ ਇਹ ਸਾਰੇ ਰਲ ਕੇ ਇਹਨਾਂ ਨੇ ਮਤਾ ਪਕਾਇਆ ਸਾਰਿਆਂ ਦੇਵਤਿਆਂ ਨੇ, ਕਹਿੰਦੇ ਚਲੋ ਆਪਾਂ ਜਾ ਕੇ ਬਲ ਰਾਜੇ ਨੂੰ ਬੇਨਤੀ ਕਰਦੇ। ਫਿਰ ਇਹ ਸਾਰੇ ਬਲ ਰਾਜੇ ਕੋਲ ਗਏ ਆ ਪਤਾਲ ਲੋਕ ਦੇ ਵਿੱਚ। ਉੱਥੇ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਕਿ ਬਲ ਰਾਜੇ ਨੂੰ ਕਿ ਬਲ ਰਾਜਾ ਜੀ, ਬੇਨਤੀ ਆ ਕਿ ਤੁਸੀਂ ਠੀਕ ਹੈ ਆਪਣਾ ਕਰਤੱਵ ਨਿਭਾਇਆ, ਤੁਸੀਂ ਚੰਗੇ ਭਗਤ ਬਣੇ ਹੋ ਪਰਮੇਸ਼ਰ ਦੀ ਨਿਗਾਹ 'ਚ, ਵਿਸ਼ਨੂੰ ਜੀ ਦੀ ਨਿਗਾਹ ਦੇ ਵਿੱਚ, ਪਰ ਹੁਣ ਇਹ ਗੱਲ ਨਹੀਂ ਬਣਨੀ, ਸੰਸਾਰ ਦਾ ਕਾਰਜਕਾਲ ਕੌਣ ਸਮਾਂ ਕੌਣ ਸਾਂਭੇਗਾ। ਜੇ ਤੁਹਾਡੇ ਦਰ ਤੇ ਬਹਿ ਕੇ ਵਿਸ਼ਨੂੰ ਗੁਣ ਗਾਉਣ ਲੱਗ ਪਿਆ ਪਰਮੇਸ਼ਰ ਦੇ, ਜੇ ਗੁਣ ਗਾਉਣ ਲੱਗ ਪਿਆ ਇੱਥੇ ਬੈਠ ਕੇ ਰਿਗਵੇਦ ਦੇ ਤੁਹਾਨੂੰ ਸ਼ਲੋਕ ਸੁਣਾਉਣ ਲੱਗ ਪਿਆ, ਤੇ ਫਿਰ ਉਸ ਤੋਂ ਬਾਅਦ ਉਹ ਜਿਹੜਾ ਬਾਹਰ ਧਰਤੀ ਦਾ ਕੰਮਕਾਜ ਉਹ ਕੌਣ ਸੰਭਾਲੇਗਾ? ਵਿਸ਼ਨੂਪੁਰੀ ਖਾਲੀ ਪਈ ਹੈ। ਬਲ ਰਾਜਾ ਕਹਿੰਦਾ ਮੈਂ ਤੇ ਕੀ ਕਰ ਸਕਦਾ, ਇਹ ਤੇ ਪਰਮੇਸ਼ਰ ਨੇ ਮੇਰੇ ਨਾਲ ਬਚਨ ਕੀਤਾ, ਇਹੋ ਨਿਭਾਵੇ। ਜੇ ਮੈਂ ਬਚਨ ਨਿਭਾਇਆ 2.5 ਕਦਮਾਂ ਦਾ ਤੇ ਇਹਦਾ ਵੀ ਫਰਜ਼ ਬਣਦਾ ਕਿ 2.5 ਕਦਮਾਂ ਦਾ ਜੇ ਮੈਂ ਬਚਨ ਨਿਭਾ ਸਕਦਾ ਤੇ ਇਹ ਨਹੀਂ ਬਚਨ ਨਿਭਾ ਸਕਦਾ। ਇਹ ਕਾਹਦਾ ਪਰਮੇਸ਼ਰ ਜੇ ਆਪਣੇ ਬਚਨ ਤੋਂ ਮੁੱਕਰ ਜਾਵੇ। ਫਿਰ ਸਾਰਿਆਂ ਦੇਵਤਿਆਂ ਨੇ ਰਾਇ ਕੀਤੀ ਆ, ਕਹਿੰਦੇ ਕਿ ਇੰਜ ਕਰਦੇ ਆ ਕਿ 4 ਮਹੀਨੇ ਵਿਸ਼ਨੂੰ ਤੇਰੇ ਦਰ ਤੇ ਬੈਠਾ ਗੁਣ ਗਾਇਆ ਕਰੇਗਾ ਪਰਮੇਸ਼ਰ ਦੇ, 4 ਮਹੀਨੇ ਬ੍ਰਹਮਾ ਬੈਠਿਆ ਕਰੇਗਾ ਤੇ 4 ਮਹੀਨੇ ਜਿਹੜਾ ਹੈ ਉਹ ਸ਼ਿਵ ਜੀ ਬੈਠਿਆ ਕਰੇਗਾ। 4 ਮਹੀਨੇ ਵਿਸ਼ਨੂੰ, 4 ਮਹੀਨੇ ਬ੍ਰਹਮਾ ਤੇ 4 ਮਹੀਨੇ ਜਿਹੜਾ ਹੈ ਉਹ ਮਹੇਸ਼ ਭਾਵ ਸ਼ਿਵ ਜੀ ਬੈਠਿਆ ਕਰੇਗਾ। ਬ੍ਰਹਮਾ ਵਿਸ਼ਨ ਮਹੇਸ਼ ਤਰੈ ਭਗਤ ਵਛਲ ਦਰਬਾਨ ਸਦਾਇਆ। ਇਹ ਤਿੰਨਾਂ ਨੂੰ ਫਿਰ ਦਰਬਾਨ ਰੱਖਿਆ ਇਹਨੇ ਬਲ ਰਾਜੇ ਨੇ। ਦੇਖੋ ਭਗਤ ਨੇ ਆਪਣਾ ਵੀ ਜਸ ਜਿਹੜਾ ਉਹ ਕਰਵਾ ਲਿਆ, ਆਪ ਵੀ ਉਹਦੇ ਕੋਲੋਂ ਜਿਹੜਾ ਸੀ ਉਹ ਲੈ ਲਿਆ ਪਤਾਲ ਦਾ ਰਾਜ,
ਤੇ ਨਾਲ ਇਹ ਵੀ ਕਹਿ ਦਿੱਤਾ ਕਿ ਤੁਸੀਂ ਹੁਣ ਮੇਰੇ ਦਰਬਾਨ ਬਣ ਕੇ ਮੇਰੀ ਸੇਵਾ ਵੀ ਕਰੋ, ਮੇਰੇ ਗੁਣ ਗਾਉਣ ਕਰੋ, ਤੁਸੀਂ ਆਪੇ ਵਚਨ ਕੀਤਾ। ਤੇ ਇਸੇ ਕਰਕੇ ਕਹਿੰਦੇ ਆ ਕਿ ਜਦੋਂ ਆਪਾਂ ਕਿਉਂਕਿ ਚਲੋ ਸਾਇੰਸ ਇਹ ਵੀ ਇੱਕ ਗੱਲ ਹੈ, ਸਾਇੰਸ ਦੀ ਹੈ ਕਿ ਆਪਾਂ ਜਦੋਂ ਸਿਆਲੀ ਦਿਨ ਹੁੰਦੇ ਆ ਤੇ ਜ਼ਮੀਨ ਦੇ ਵਿੱਚੋਂ ਗਰਮ ਪਾਣੀ ਨਿਕਲਦਾ, ਜਦੋਂ ਆਪਾਂ ਮੋਟਰ ਚਲਾਉਂਦੇ ਆ ਜਾਂ ਆਪਾਂ ਕੋਈ ਵੀ ਨਲਕਾ ਚਲਾਉਂਦੇ ਆ, ਕੁਛ ਵੀ ਕਰਦੇ ਆ ਤੇ ਉਹ ਗਰਮ ਪਾਣੀ ਨਿਕਲਦਾ, ਤੇ ਸਿਆਲਾਂ 'ਚ ਠੰਡਾ ਨਿਕਲਦਾ। ਵਾਹਿਗੁਰੂ, ਸਿਆਲਾਂ 'ਚ ਗਰਮ ਨਿਕਲਦਾ ਤੇ ਗਰਮੀਆਂ 'ਚ ਠੰਡਾ ਨਿਕਲਦਾ। ਇਹ ਸਾਇੰਸ ਦੇ ਤੌਰ ਤੇ ਵੀ ਇੰਝ ਹੀ ਹੈ, ਕਿਉਂਕਿ ਪਾਣੀ ਜਦੋਂ ਬਾਹਰ ਆਉਂਦਾ ਤੇ ਉਹ ਧਰਤੀ ਦੇ ਨਾਲ ਜਿਹੜਾ ਪਾਣੀ ਹੁੰਦਾ ਬਾਹਰ ਠੰਡ ਹੁੰਦੀ ਹੈ, ਤਾਂ ਕਰਕੇ ਗਰਮ ਲੱਗਦਾ। ਤੇ ਉਹ ਮਿਥਿਹਾਸ ਇਹ ਕਹਿੰਦੇ ਕਿ ਉਸ ਸਮੇਂ ਇਹ ਜਿਹੜਾ ਪਾਣੀ ਗਰਮ ਨਿਕਲਦਾ ਹੈ ਨਾ, ਉਸ ਸਮੇਂ ਸ਼ਿਵ ਜੀ ਦੀ ਵਾਰੀ ਹੁੰਦੀ ਹੈ 4 ਮਹੀਨੇ ਦੀ ਸਿਆਲਾਂ ਦੇ ਵਿੱਚ, ਕਿਉਂਕਿ ਸ਼ਿਵ ਜੀ ਜਿਹੜਾ ਉਹ ਗਰਮ ਮੰਨਿਆ ਗਿਆ, ਤਾਮਸਿਕ ਮੰਨਿਆ ਗਿਆ। ਇਸ ਕਰਕੇ ਕਹਿੰਦੇ ਆ ਕਿ ਇਹ ਜਿਹੜਾ ਸ਼ਿਵ ਜੀ ਇਹ ਗਰਮ ਮੰਨਿਆ ਗਿਆ, ਇਹ ਧਰਤੀ 'ਚ ਸਮਾ ਜਾਂਦਾ, ਪਤਾਲ ਲੋਕ ਜਾਂਦਾ, ਤੇ ਪਤਾਲ ਲੋਕ 'ਚ ਜਾ ਕੇ ਇਹ ਫਿਰ ਉਹਦੇ ਦਰ ਤੇ ਬਹਿ ਕੇ ਜਿਹੜਾ ਬਲ ਰਾਜਾ ਉਹਦੇ ਦਰ ਤੇ ਬਹਿ ਕੇ ਤੇ ਪਰਮੇਸ਼ਰ ਦੇ ਗੁਣ ਗਾਉਂਦਾ, ਉਹਨੂੰ ਯਾਦ ਕਰਦਾ ਪਰਮੇਸ਼ਰ ਨੂੰ। ਤੇ ਜਦੋਂ ਪਰਮੇਸ਼ਰ ਦੇ ਗੁਣ ਗਾਉਂਦਾ ਤੇ ਜਦੋਂ ਇਹ ਧਰਤੀ ਦੇ ਵਿੱਚ ਧਸਿਆ ਹੁੰਦਾ, ਉਹਦਾ ਕਰਕੇ ਜਦੋਂ ਉੱਥੋਂ ਪਾਣੀ ਆਉਂਦਾ, ਧਰਤੀ ਦੇ ਵਿੱਚੋਂ ਪਾਣੀ ਨਿਕਲਦਾ, ਤੇ ਉਸ ਸਮੇਂ ਫਿਰ ਸ਼ਿਵ ਜੀ ਦੇ ਕਾਰਨ ਇਹ ਜਿਹੜੇ ਸਿਆਲੀ ਰੁੱਤਾਂ ਦੇ ਵਿੱਚ ਪਾਣੀ ਗਰਮ ਆਉਂਦਾ ਨਾ 4 ਮਹੀਨੇ, ਉਹ ਕਹਿੰਦੇ ਤਾਂ ਕਰਕੇ ਹੁੰਦਾ। ਤੇ ਫਿਰ ਜਦੋਂ ਸ਼ਿਵਰਾਤਰੀ ਹੁੰਦੀ ਆ, ਸ਼ਿਵਰਾਤਰੀ ਦੇ ਦਿਨ ਇਹ ਜਿਹੜਾ ਸ਼ਿਵ ਜੀ ਉੱਥੋਂ ਬਾਹਰ ਆਉਂਦਾ, ਉੱਥੋਂ ਬਾਹਰ ਆਉਂਦਾ ਹੈ ਤੇ ਫਿਰ ਸ਼ਿਵਰਾਤਰੀ ਜਿਹੜੀ ਉਹ ਮਨਾਈ ਜਾਂਦੀ ਹੈ। ਇਸ ਤਰ੍ਹਾਂ ਇਹ ਗਾਥਾ ਇਹਨਾਂ ਨਾਲ ਜੁੜਦੀ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਇਹ ਬਾਹਰ ਆਉਂਦਾ। ਇਸੇ ਕਰਕੇ ਕਹਿੰਦੇ ਆ ਕਿ ਜਿਹੜੇ ਸ਼ਿਵ ਜੀ ਦੇ, ਕਿਉਂਕਿ ਮੰਨਿਆ ਗਿਆ ਕਿ ਜਿਹੜੇ ਰੇਂਗਣ ਵਾਲੇ ਜੀਵ ਆ ਜਿਵੇਂ ਸੱਪ ਵਗੈਰਾ ਆਦਿਕ ਆ, ਇਹ ਵੀ ਸਿਆਲਾਂ ਦੇ ਵਿੱਚ ਧਰਤੀ 'ਚ ਹੀ ਵੜ ਜਾਂਦੇ ਆ, ਕਿਉਂਕਿ ਦਿਖਦੇ ਨਹੀਂ ਉਦੋਂ। ਕੀੜੇ ਮਕੌੜੇ ਜਿਹੜੇ ਹੁੰਦੇ ਆ ਉਹ ਵੀ ਧਰਤੀ 'ਚ ਹੀ ਵੜ ਜਾਂਦੇ ਆ। ਉਹ ਵੀ ਮੰਨਿਆ ਜਾਂਦਾ ਕਿ ਸ਼ਿਵ ਜੀ ਦੀ ਮੁੱਠ ਦੇ ਵਿੱਚੋਂ ਸਾਰੇ ਨਿਕਲੇ ਆ। ਤੇ ਉਹ ਫਿਰ ਜਦੋਂ ਸ਼ਿਵ ਜੀ ਆਪ ਹੀ ਬਲ ਰਾਜੇ ਦੇ ਕੋਲ ਚਲ ਜਾਂਦਾ ਧਰਤੀ ਦੇ ਵਿੱਚ, ਤੇ ਫਿਰ ਉਹਦੇ ਬਣਾਏ ਜਿਹੜੇ ਵੀ ਆ ਜੀਵ ਜੂਬ ਆ, ਉਹ ਸਾਰੇ ਜਿਹੜੇ ਸੱਪ ਵਗੈਰਾ ਆਦਿਕ ਜਿੰਨੇ ਵੀ ਆ ਠੰਡੇ ਖੂਨ ਵਾਲੇ ਜੀਵ, ਇਹ ਸਾਰੇ ਧਰਤੀ 'ਚ ਹੀ ਵੜ ਜਾਂਦੇ ਆ ਕਿ ਸਾਡਾ ਸ਼ਿਵ ਜੀ ਜਿਹੜਾ ਉਹ ਵੀ ਧਰਤੀ 'ਚ ਵੜਿਆ ਤੇ ਅਸੀਂ ਵੀ ਉੱਥੇ ਵੜ ਕੇ ਬਹਿ ਜਾਈਏ। ਭਾਵੇਂ ਕਿ ਗੱਲ ਮਿਥਿਹਾਸਿਕ ਹੈ, ਪਰ ਇਹ ਸਮਝਣ ਯੋਗ ਹੈ। ਸਮਝਣ ਵਾਸਤੇ ਹੈ ਕਿ ਜਿਹੜਾ ਆ ਇੱਕ ਭਗਤ ਨੇ ਵੀ ਆਪਣਾ ਬਚਨ ਪੁਗਾਇਆ, ਤੇ ਫਿਰ ਉਸ ਭਗਤ ਦੇ ਬਚਨ ਪੁਗਾਉਣ ਤੋਂ ਬਾਅਦ ਪਰਮੇਸ਼ਰ ਰੂਪ ਉਸ ਸਮੇਂ ਜਿਹੜਾ ਵਿਸ਼ਨੂੰ ਸੀ ਸਮੇਂ ਦਾ ਅਵਤਾਰ, ਉਹਨੂੰ ਵੀ ਆਪਣਾ ਬਚਨ ਪੁਗਾਉਣਾ ਪਿਆ। ਫਿਰ ਇਹਨਾਂ ਤਿੰਨਾਂ ਦੇਵਤਿਆਂ ਨੂੰ ਉਸ ਬਲ ਰਾਜੇ ਦੇ ਦਰ ਦੇ ਉੱਤੇ ਬਹਿ ਕੇ ਤੇ ਉਸ ਸਮੇਂ ਸਿਰ ਜਿਹੜਾ ਸੀ ਉਸ ਪਰਮੇਸ਼ਰ ਦੀ ਬੰਦਗੀ ਕਰਨੀ ਪਈ, ਭਗਤੀ ਕਰਨੀ ਪਈ, ਤੇ ਕਰ ਰਹੇ ਆ, ਹੁਣ ਵੀ ਕਰ ਰਹੇ ਆ। ਜਿਹੜੀ ਗੱਲ ਮਿਥਿਹਾਸ ਦੇ ਅਨੁਸਾਰ ਹੈ, 52 ਲੱਖ ਸੁਪਾਵਣਾ ਸੰਗਤ ਰੱਜ ਇੱਛ ਇਛਾਇਆ, ਸਾਧ ਸੰਗਤ ਗੁਰ ਚਰਨ ਤੇ ਆਇਆ। ਜਿਹਦਾ ਦ੍ਰਿਸ਼ਟਾਂਤ ਇਹ ਦਿੱਤਾ ਹੈ, ਅਸਲ ਗੱਲ ਇਹ ਦਿੱਤੀ ਹੈ ਭਾਈ ਗੁਰਦਾਸ ਜੀ ਨੇ। ਕਹਿੰਦੇ ਕਿ ਸਾਧ ਸੰਗਤ ਜਿਹੜਾ ਨਾ ਗੁਰੂ ਦੇ ਚਰਨਾਂ ਦੇ ਵਿੱਚ, ਜਿਵੇਂ ਬਲ ਰਾਜਾ ਜਿਹੜਾ ਸੀ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੱਗ ਗਿਆ, ਇਸੇ ਤਰ੍ਹਾਂ ਗੁਰੂ ਦੇ ਸਿੱਖ ਨੂੰ ਆਪਣੇ ਗੁਰੂ ਦੇ ਚਰਨਾਂ 'ਚ ਲੱਗ ਕੇ ਤੇ ਗੁਰੂ ਦਾ ਹੁਕਮ ਮੰਨ ਲੈਣਾ ਚਾਹੀਦਾ। ਸੋ ਇਸ ਤਰ੍ਹਾਂ ਸਾਧ ਸੰਗਤ ਇਹ ਬਲ ਰਾਜੇ ਦੀ ਸਾਖੀ ਹੈ। ਗੁਰਬਾਣੀ ਦੇ ਅੰਦਰ ਆਇਆ ਕਿ ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਵਪਾਰ ਉਫਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ। ਇੱਥੇ ਮਹਾਰਾਜ ਨੇ ਸਿੱਖਿਆ ਇਹ ਦ੍ਰਿੜ ਕਰਵਾਈ ਆ ਕਿ ਭਾਈ ਜਿਹੜਾ ਮਨੁੱਖ ਆਪਣੇ ਗੁਰੂ ਨੂੰ ਪੁੱਛ ਕੇ ਨਹੀਂ ਨਾ ਚੱਲਦਾ, ਉਹਦੇ ਨਾਲ ਧੋਖਾ ਹੁੰਦਾ। ਧੋਖਾ ਕਿਵੇਂ ਹੁੰਦਾ ਕਿ ਬਲ ਰਾਜੇ ਨੂੰ ਸ਼ੁਕਰਾਚਾਰੀਏ ਨੇ ਬੜਾ ਕਿਹਾ ਸੀ ਕਿ ਭਾਈ ਤੇ ਕੋਈ ਮਾੜਾ ਮੋਟਾ ਬਾਲਕ ਨਹੀਂ ਸਮਝ, ਇਹਨੂੰ ਇਹ ਵਿਸ਼ਨੂੰ ਆਪ ਆਇਆ, ਇਹ ਗੱਲ ਸੋਚ ਲਾ, ਪਰ ਇਹ ਨਹੀਂ ਮੰਨਿਆ। ਤੇ ਇਸ ਕਰਕੇ ਮਹਾਰਾਜ ਨੇ ਕਿਹਾ ਬਿਨ ਗੁਰ ਪੁੱਛੇ ਜਾਏ ਪਿਆਰੀ। ਜਿਹੜਾ ਸਿੱਖ ਆਪਣੇ ਗੁਰੂ ਨੂੰ ਪੁੱਛੇ ਬਿਨਾਂ ਕਾਰਜ ਕਰਦਾ, ਜਿਹੜਾ ਗੁਰੂ ਦੀ ਨਹੀਂ ਮੰਨਦਾ, ਉਹਨੂੰ ਫਿਰ ਧੋਖਾ ਖਾਣਾ ਪੈਂਦਾ, ਉਹ ਫਿਰ ਛਲਿਆ ਜਾਂਦਾ। ਇਸ ਕਰਕੇ ਫਿਰ ਇੱਕ ਜਗ੍ਹਾ ਭੱਟਾ ਨੇ ਵੀ ਕਿਹਾ ਹੈ, ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ ਉਹਨਾਂ ਨੇ ਕਿਹਾ, ਸਤਿਜੁਗ ਤੈ ਮਾਣਿਓ ਛਲਿਓ ਬਲ ਪਾਵਨ ਪਾਇਓ। ਕਿ ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਹੀ ਸਤਿਜੁਗ ਦੇ ਵਿੱਚ ਵਿਸ਼ਨੂੰ ਅਵਤਾਰ ਸੀ, ਤੇ ਤੁਸੀਂ ਹੀ ਉਸ ਸਮੇਂ ਵਿਸ਼ਨੂੰ ਰੂਪ ਹੋ ਕਰਕੇ ਬਲ ਰਾਜੇ ਨੂੰ ਛਲਿਆ ਸੀ। ਸਤਿਜੁਗ ਤੈ ਮਾਣਿਓ, ਸਤਿਜੁਗ ਦੇ ਵਿੱਚ ਤੁਸੀਂ ਮਾਣਿਆ, ਛਲਿਓ ਬਲ ਬਾਵਨ ਪਾਇਓ, ਉਸ ਸਮੇਂ ਤੁਸੀਂ ਬਲ ਰਾਜੇ ਨੂੰ ਜਿਹੜਾ ਸੀ ਛਲਿਆ ਸੀ। ਇਸੇ ਤਰ੍ਹਾਂ ਇੱਕ ਜਗ੍ਹਾ ਹੋਰ ਆਉਂਦਾ ਹੈ ਕਿ ਕਰੋ 28 ਧਰਤੀ ਮੰਗੀ ਬਾਵਨ ਰੂਪ ਬਹਾਨੇ, ਕਿਉਂ ਭਿਆਲ ਜਾਏ ਕਿਉਂ ਛਲੀਏ ਜੇ ਬਲ ਰੂਪ ਪਛਾਣੇ। ਕਹਿੰਦੇ ਕਿ ਜੇ ਪਰਮੇਸ਼ਰ ਦਾ ਰੂਪ ਬਲ ਨੂੰ ਪਤਾ ਲੱਗ ਜਾਂਦਾ, ਕਿ ਪਰਮੇਸ਼ਰ ਦੇ ਬਾਰੇ ਜੇ ਬਲ ਨੂੰ ਪਤਾ ਲੱਗਦਾ ਕਿ ਪਰਮੇਸ਼ਰ ਆਪ ਆਇਆ, ਤੇ ਫਿਰ ਜਿਹੜਾ ਬਲ ਰਾਜਾ ਕਿਵੇਂ ਛਲਿਆ ਜਾਂਦਾ, ਛਲਿਆ ਨਹੀਂ ਸੀ ਜਾਣਾ। ਇਸ ਕਰਕੇ ਇੱਥੇ ਇਸ ਪੰਕਤੀ 'ਚ ਇਹ ਗੱਲ ਕਹੀ ਹੈ ਕਿ ਬੰਦੇ ਦੀ ਸਿਆਣਪ ਜਿਹੜੀ ਆ, ਉਹ ਸਿਆਣਪ ਦੇ ਨਾਲ ਪਰਮੇਸ਼ਰ ਸਮਝ 'ਚ ਨਹੀਂ ਆਉਂਦਾ, ਭਾਵੇਂ ਬੰਦਾ ਜਿੰਨਾ ਮਰਜ਼ੀ ਆਪਣੇ ਆਪ ਨੂੰ ਸਿਆਣਾ ਸਮਝ ਲੇ। ਕਰੋ 28 ਧਰਤੀ ਮੰਗੀ ਬਾਵਨ ਰੂਪ ਬਹਾਨੇ, 52 ਰੂਪ ਬਣਾ ਕੇ 2.5 ਕਦਮ ਧਰਤੀ ਮੰਗੀ ਬਹਾਨੇ ਦੇ ਨਾਲ,
क्यों भयाल जाए क्यों छलीए जे बल रूप पछाण। कहते फिर क्यों पताल दे विच बल राजा जांदा जे परमेश्वर नूं जाण लैंदा। क्यों भयाल जाए क्यों छलीए जे बल रूप पछाणे। जे बल राजा परमेश्वर के ਸਰੂਪ ਨੂੰ ਪਛਾਣ ਲੈਂਦਾ ਫਿਰ ਉਹਨੂੰ ਕਿਉਂ ਧਰਤੀ ਦੇ ਵਿੱਚ ਜਾਣਾ ਪੈਂਦਾ। ਸੋ ਸਾਧ ਸੰਗਤ ਇਸ ਤਰ੍ਹਾਂ ਇਸ ਬਲ ਰਾਜਾ ਜੀ ਦੀ ਜਿਹੜੀ ਆ ਸਮੁੱਚੀ ਸਾਖੀ ਇਹ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਭਾਈ ਸਭ ਤੋਂ ਪਹਿਲੀ ਗੱਲ ਆਪਣੇ ਗੁਰੂ ਦਾ ਹੁਕਮ ਮੰਨਣਾ ਚਾਹੀਦਾ। ਜਿਹੜਾ ਮਨੁੱਖ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਛਲਿਆ ਜਾਂਦਾ। ਦੂਸਰੀ ਗੱਲ ਇਹ ਆ ਕਿ ਜਿਵੇਂ ਬਲ ਰਾਜੇ ਨੇ ਆਪਣਾ ਆਪਾ ਅਰਪ ਕਰ ਦਿੱਤਾ ਉਸ ਸਮੇਂ ਦੇ ਅਵਤਾਰ ਨੂੰ ਪਰਮੇਸ਼ਰ ਨੂੰ, ਉਸੇ ਤਰ੍ਹਾਂ ਸਿੱਖ ਨੂੰ ਵੀ ਆਪਣੇ ਗੁਰੂ ਨੂੰ ਆਪਾ ਅਰਪਣ ਕਰ ਦੇਣਾ ਚਾਹੀਦਾ। ਜੋ ਵੀ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨ ਲੈਣਾ ਚਾਹੀਦਾ। ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਗੁਰੂ ਨੂੰ ਭਲਾ ਕਰਕੇ ਗੁਰੂ ਦਾ ਵਚਨ ਜਿਹੜਾ ਉਹ ਮੰਨ ਲੈਣਾ ਚਾਹੀਦਾ ਸਿੱਖ ਨੂੰ, ਫਿਰ ਸਿੱਖ ਦੀ ਕਲਿਆਣ ਹੈ। ਫਿਰ ਉਸ ਤੋਂ ਬਾਅਦ ਇੱਕ ਹੋਰ ਹੈ ਕਿ ਭਾਵੇਂ ਕੋਈ ਕਿਵੇਂ ਦਾ ਵੀ ਹੈ, ਬੰਦੇ ਨੂੰ ਆਪਣੀ ਨੇਕੀ ਜਿਹੜੀ ਉਹ ਨਹੀਂ ਛੱਡਣੀ ਚਾਹੀਦੀ। ਭਾਵੇਂ ਬਲ ਰਾਜਾ ਦੈਤਾਂ ਦਾ ਰਾਜਾ ਸੀ, ਕਿਉਂਕਿ ਇਹ ਪ੍ਰਹਲਾਦ ਦੀ ਕੁੱਲ ਸੋਂ ਸੀ, ਪ੍ਰਹਲਾਦ ਗਾਂ ਹਰਨਾਕਸ਼ ਦੀ ਕੁੱਲ ਸੋਂ ਸੀ, ਇਹਨਾਂ ਦੀ ਕੁੱਲ ਦੈਤਾਂ ਦੀ ਕੁੱਲ ਵੱਜਦੀ ਸੀ। ਭਾਵੇਂ ਕਹਿੰਦੇ ਇਹ ਦੈਤਾਂ ਦੀ ਕੁੱਲ ਵਿੱਚੋਂ ਸੀ ਪਰ ਨੇਕੀ ਇਹਦੇ ਅੰਦਰੋਂ ਨਹੀਂ ਸੀ ਗਈ, ਕਿਉਂਕਿ ਪ੍ਰਹਲਾਦ ਦਾ ਪੋਤਰਾ ਹੋਣ ਕਰਕੇ ਇਹਦੇ ਅੰਦਰ ਪਰਮੇਸ਼ਰ ਨੇ ਨੇਕੀ ਭਰੀ ਸੀ। ਤੇ ਉਸ ਨੇਕੀ ਨੂੰ ਬੰਦੇ ਨੂੰ ਨਹੀਂ ਛੱਡਣਾ ਚਾਹੀਦਾ। ਉਸ ਨੇਕੀ ਦੇ ਨਾਲ ਹਮੇਸ਼ਾ ਹੀ ਕਰਨਾ ਚਾਹੀਦਾ, ਭਾਵੇਂ ਕੋਈ ਮਾੜਾ ਹੈ ਭਾਵੇਂ ਕੋਈ ਚੰਗਾ ਹੈ, ਆਪਣੀ ਨੇਕੀ ਨਹੀਂ ਮਨੁੱਖ ਨੂੰ ਤਿਆਗਣੀ ਚਾਹੀਦੀ। ਇਸ ਤਰ੍ਹਾਂ ਜਿਹੜਾ ਸਾਨੂੰ ਭਗਤ ਬਲ ਰਾਜਾ ਜਿਹੜਾ ਹੋਇਆ ਇਹਨਾਂ ਦੇ ਜੀਵਨ ਤੋਂ ਸਾਨੂੰ ਇਹ ਸਾਧ ਸੰਗਤ ਸਿੱਖਿਆ ਮਿਲਦੀ ਹੈ। ਤੀਸਰੀ ਪੌੜੀ ਦੀ ਆਪਾਂ ਅੱਜ ਜਿਹੜੀ ਹੈ ਸਮੁੱਚੀ ਜਿਹੜੀ ਵਿਆਖਿਆ ਕੀਤੀ ਹੈ ਕਿ ਕਿਵੇਂ ਬਲ ਰਾਜੇ ਨੇ ਪਰਮੇਸ਼ਰ ਨੂੰ ਛਲਿਆ ਤੇ ਬਲ ਰਾਜੇ ਨੇ ਵਾਹਿਗੁਰੂ ਪਰਮੇਸ਼ਰ ਨੇ ਵਿਸ਼ਨੂੰ ਰੂਪ ਹੋ ਕਰਕੇ ਬਲ ਰਾਜੇ ਨੂੰ ਛਲਿਆ ਤੇ ਬਲ ਰਾਜੇ ਨੇ ਫਿਰ ਪਰਮੇਸ਼ਰ ਨੂੰ ਹੀ ਛਲ ਕੇ ਆਪਣੇ ਦਰਵਾਜ਼ੇ ਤੇ ਬਿਠਾ ਲਿਆ। ਇਸੇ ਕਰਕੇ ਕਹਿੰਦੇ ਆ ਨਾ ਮੇਰੀ ਬਾਂਦੀ ਭਗਤ ਛਡਾਵੇ ਬੰਧੈ ਭਗਤ ਨਾ ਛੁੱਟੈ ਮੋਏ। ਪਰਮੇਸ਼ਰ ਕਹਿੰਦਾ ਆ, ਵਾਹਿਗੁਰੂ ਅਕਾਲ ਪੁਰਖ ਕਹਿੰਦਾ ਆ ਕਿ ਜੇ ਕਿਤੇ ਮੈਂ ਬੰਨ ਦੇਵਾਂ ਕਿਸੇ ਨੂੰ, ਜੇ ਕਿਤੇ ਮੈਂ ਕਿਸੇ ਨੂੰ ਬੰਨ ਦੇਵਾਂ ਭਾਵ ਕਿਸੇ ਨੂੰ ਕੋਈ ਸ਼ਰਾਪ ਦੇ ਦੇਵਾਂ ਮਾੜਾ ਕਹਿ ਦੇਵਾਂ ਤੇ ਉਹ ਭਗਤ ਛਡਾ ਸਕਦਾ ਹੈ। ਭਗਤ ਉਹਦੇ ਵਿੱਚ ਬਲ ਹੈਗਾ, ਉਹ ਛਡਾ ਸਕਦਾ ਹੈ। ਮੇਰੀ ਬਾਂਦੀ ਭਗਤ ਛਡਾਵੇ ਬੰਧੈ ਭਗਤ ਨਾ ਛੁੱਟੈ ਮੋਹੇ। ਕਹਿੰਦੇ ਪਰ ਜੇ ਕਿਤੇ ਭਗਤ ਕਿਸੇ ਨੂੰ ਬੰਨ ਦੇਵੇ, ਜੇ ਭਗਤ ਕਿਸੇ ਨੂੰ ਮਾੜਾ ਕਹਿ ਦੇਵੇ, ਕਿਸੇ ਦਾ ਘਰ ਬਾਹਰ ਉੱਜਣ ਦਾ ਬਚਨ ਕਰ ਦੇਵੇ ਤੇ ਫਿਰ ਪਰਮੇਸ਼ਰ ਕਹਿੰਦਾ ਮੇਰੀ ਵੀ ਹੱਥ ਵੱਸ ਕੁਛ ਨਹੀਂ, ਫਿਰ ਮੈਂ ਵੀ ਨਹੀਂ ਛਡਾ ਸਕਦਾ। ਐਸਾ ਹੈ ਬਲ ਰਾਜੇ ਦਾ ਜੀਵਨ। ਫਿਰ ਸਾਰੇ ਇਕੱਠੇ ਹੋ ਕਰਕੇ ਆਏ, ਕਹਿੰਦੇ ਤੂੰ ਤੇ ਵਿਸ਼ਨੂੰ ਨੂੰ ਬੰਨ ਕੇ ਆਪਣੇ ਦਰਬਾਰ ਦੇ ਉੱਤੇ ਖੜਾ ਕਰ ਦਿੱਤਾ, ਆਪਣੇ ਦਰਵਾਜ਼ੇ ਤੇ ਬਿਠਾ ਲਿਆ। ਚੱਲ ਇੰਜ ਕਰਦੇ ਆ ਕਿ 4-4 ਮਹੀਨੇ ਦਾ ਸਮਾਂ ਦੇ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਤਿੰਨੇ ਜਾਣੇ ਆ ਕੇ 4-4 ਮਹੀਨੇ ਤੇਰੇ ਦਰ ਤੇ ਵਿਆਹ ਕਰਨਗੇ। ਸੋ ਸਾਧ ਸੰਗਤ ਇਸ ਤਰ੍ਹਾਂ ਜਿਹੜਾ ਇਹ ਸਮੁੱਚੀ ਸਾਖੀ ਹੈ ਅੱਜ ਜਿਹੜੀ ਆਪਾਂ ਬਲ ਰਾਜਾ ਜੀ ਦੀ ਇਹ ਸਾਖੀ ਵਿਚਾਰੀ ਹੈ। ਸੋ ਇੱਥੇ ਹੀ ਸਾਧ ਸੰਗਤ ਸਮਾਪਤੀ ਹੈ। ਸੋ ਆਪ ਜੀ ਨੇ ਜੇ ਕੁਝ ਪੁੱਛਣਾ ਹੋਵੇ ਤੇ ਫਿਰ ਆਪਾਂ ਪੁੱਛ ਲਓ ਤੇ ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਹਰ ਰੋਜ਼ ਜੁੜਦੇ ਹੋ। ਤੇ ਇਹਦੇ ਨਾਲ ਹੀ ਦੱਸ ਦੇਵਾਂ ਕਿ ਇਹ ਕਥਾ ਜਿਹੜੀ ਹੈ ਉਹ YouTube ਉੱਪਰ ਵੀ ਪੈ ਜਾਂਦੀ ਹੈ, ਉੱਥੋਂ ਵੀ ਆਪ ਜੀ ਸੁਣ ਸਕਦੇ ਹੋ। ਫਿਰ ਉਹਦੇ ਨਾਲ ਹੀ ਆਸਾ ਦੀ ਵਾਰ ਦੀ ਕਥਾ ਚੱਲ ਰਹੀ ਹੈ, ਜਿਹਦਾ ਲਿੰਕ ਆਪ ਜੀ ਨੂੰ ਗਰੁੱਪ 'ਚ ਭੇਜ ਦਿੱਤਾ ਜਾਂਦਾ ਹੈ, ਉਹ ਵੀ ਆਪ ਜੀ ਨੇ ਜ਼ਰੂਰ ਸੁਣਨੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।